ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਜੂਨ 1984 ਲੈ ਕੇ ਮੈਂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਜੂਨ 1984 ਦੇ ਵਿੱਚ ਵਾਪਰੇ ਦੁਖਾਂਤ ਦੇ ਸੰਬੰਧ ਦੇ ਵਿੱਚ ਨਹੀਂ ਕਰਾਂਗੇ। ਉਹ ਕਿਉਂ ਵਾਪਰਿਆ ਤੇ ਉਸ ਨੂੰ ਥੋੜ੍ਹਾ ਜਿਹਾ ਐਨਾਲਾਈਜ਼ ਜਿਹੜਾ ਆ ਉਹ ਕਰਾਂਗੇ। ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੈਸਟ ਨੇ ਸੰਤ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਪੋਤਰੇ, ਭਾਈ ਅਮਰੀਕ ਸਿੰਘ ਜੀ ਦੇ ਭਤੀਜੇ ਅਤੇ ਭਾਈ ਮਨਜੀਤ ਸਿੰਘ ਜੀ ਦੇ ਬੇਟੇ। ਇਸ ਵੇਲੇ ਮੌਜੂਦਾ ਤੌਰ ਦੇ ਉੱਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੁੰਵਰ ਚੜ੍ਹਤ ਸਿੰਘ ਜੀ। ਸੋ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਪ੍ਰੋਗਰਾਮ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ 1984 ਦਾ ਜੋ ਦੁਖਾਂਤ ਜੋ ਘੱਲੂਘਾਰਾ ਵਾਪਰਿਆ ਉਸ ਨੂੰ ਅਸੀਂ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ ਯਾਦ ਕਰਦੇ ਹਾਂ। ਉਹੀ ਗੱਲਾਂ ਜਿਹੜੀਆਂ ਉਹ ਸੁਣਦੇ ਹਾਂ, ਪਰ ਬਹੁਤ ਘੱਟ ਗੱਲ ਇਹ ਹੁੰਦੀ ਆ ਕਿ ਕਿਉਂ ਵਾਪਰਿਆ, ਕੀ ਕਾਰਨ ਸਨ, ਜਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਕੀ ਸਿੱਖਿਆ। ਤੁਹਾਡਾ ਜਨਮ ਜਿਹੜਾ ਹੈ 1984 ਤੋਂ ਬਾਅਦ ਦਾ ਆ। ਤੁਸੀਂ ਜੋ ਸੁਣਿਆ, ਜੋ ਤਸਵੀਰਾਂ ਰਾਹੀਂ ਦੇਖਿਆ ਅਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਭਾਈ ਅਮਰੀਕ ਸਿੰਘ ਜੀ ਉਹਨਾਂ ਦੀ ਸ਼ਹਾਦਤ ਹੋਈ, ਤਾਂ ਤੁਸੀਂ ਇਸ ਨੂੰ ਪਹਿਲੀ ਨਜ਼ਰੇ ਕਿਵੇਂ ਦੇਖਦੇ ਹੋ, ਜਾਂ ਤੁਹਾਡੇ ਮਾਈਂਡ ਦੇ ਵਿੱਚ ਕੀ ਆਉਂਦਾ ਹੈ 1984 ਦੀ ਬਾਬਤ? ਵੇਖੋ ਜੀ, ਇਸ ਚੀਜ਼ ਨੂੰ ਜੇ ਆਪਾਂ ਐਨਾਲਾਈਜ਼ ਕਰਨਾ ਹੈ, ਪਹਿਲਾਂ ਸਿੱਖ ਸੁਭਾਅ ਨੂੰ ਸਮਝਣਾ ਪਏਗਾ ਕਿ ਸਿੱਖ ਇੱਕ ਆਜ਼ਾਦ ਹਸਤੀ ਨੇ ਜੀ, ਆਜ਼ਾਦ ਕੌਮ ਹੈ ਜੀ, ਇੱਕ ਵੱਖਰੀ ਇਹਨਾਂ ਦੀ ਵਿਲੱਖਣ ਪਹਿਚਾਣ ਜੀ। ਇਹਨਾਂ ਦਾ ਸਾਡਾ ਗ੍ਰੰਥ ਵੱਖਰਾ, ਸਾਡਾ ਪੰਥ ਵੱਖਰਾ ਹੈ, ਸਾਡੀ ਸੋਚ ਵੱਖਰੀ ਹੈ, ਸਾਡੇ ਸਿਧਾਂਤ ਵੱਖਰੇ ਨੇ, ਸਾਡੀ ਪਰੰਪਰਾਵਾਂ ਸੱਭਿਆਚਾਰ ਵੱਖਰਾ ਹੈ ਜੀ। ਅਤੇ ਜਿਸ ਹਿਸਾਬ ਨਾਲ ਗੁਰੂ ਮਹਾਰਾਜ ਨੇ ਸਾਨੂੰ ਸਾਡਾ ਮਾਰਗਦਰਸ਼ਨ ਕੀਤਾ ਹੈ ਜੀ, ਅਕਾਲ ਪੁਰਖ ਦੀ ਪ੍ਰਾਪਤੀ ਦੇ ਲਈ ਕਹਿ ਲਓ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਲੇਪ ਲਾਉਣ ਦੇ ਲਈ, ਉਹ ਸਾਡਾ ਮਾਰਗ ਵੱਖਰਾ ਹੈ। ਪਰ ਇਹ ਸੋਚ ਜਿਹੜੀ ਹੈ ਇਹ ਬਹੁ ਗਿਣਤੀ ਦੇ ਕੁਝ ਲੀਡਰਾਂ ਨੂੰ ਪਸੰਦ ਨਹੀਂ ਆਈ ਜੀ। 1947 ਤੋਂ ਪਹਿਲਾਂ ਸਰ ਇਕਬਾਲ ਦੀ ਇੱਕ ਲਾਈਨ ਹੈ ਜਿਹਦੇ ਵਿੱਚ ਕਹਿੰਦੇ ਨੇ ਕਿ हिंदुस्तान हमारा सारे जहाँ से अच्छा हिंदुस्तान हमारा, मजहब नहीं सिखाता किसी से नफरत रखना, हिंदी है हम हिंदुस्तान हमारा। बिल्कुल। पर ਇਹ ਗੱਲ ਸਮਝ ਨਹੀਂ ਪਏਗੀ ਕਿ 1947 ਦੀ ਵੰਡ ਤੋਂ ਬਾਅਦ ਸਰ ਇਕਬਾਲ ਦੀ ਹੀ ਲਾਈਨ ਹੈ ਕਿ ਅਬ ਸ਼ਰਮ ਆਤੀ ਹੈ ਇਸਕੋ ਵਤਨ कहते, ਕਿਉਂਕਿ ਹਿੰਦੁਸਤਾਨ, ਮੌਜੂਦਾ ਹਿੰਦੁਸਤਾਨ ਦਾ ਨਿਰਮਾਣ ਜਿਹੜਾ ਹੈ ਉਹ ਝੂਠ ਦੀ ਤੇ ਫਰੇਬ ਦੀ ਬੁਨਿਆਦ ਤੇ ਹੋਇਆ। ਪਹਿਲਾਂ ਤਾਂ ਸਿੱਖਾਂ ਦਾ ਘਰ ਪਾੜ ਦਿੱਤਾ ਗਿਆ ਜੀ। ਇਸ ਤੋਂ ਪਹਿਲਾਂ ਕਿ ਮੈਂ ਕੰਟੀਨਿਊ ਕਰਾਂ, ਮੈਂ ਇੱਕ ਬੇਨਤੀ ਤੁਹਾਨੂੰ ਕਰ ਦੇਣਾ ਚਾਹੁੰਦਾ ਜੀ। ਅੱਜ ਕੱਲ੍ਹ ਬਹੁਤ ਵਿਵਾਦ ਕਰਦੇ ਨੇ ਕਈ ਸ਼ਰਾਰਤੀ ਸ਼ਖਸ, ਕਰਦੇ ਨੇ, ਏਜੰਸੀਆਂ ਕਰਵਾਉਂਦੀਆਂ ਨੇ, ਜਾਂ ਕਈ ਜਜ਼ਬਾਤੀ ਹੋ ਕੇ, ਕਿਉਂਕਿ ਅੱਜ ਕੱਲ੍ਹ ਯੁੱਗ ਹੈ ਕਿ ਬਹੁ ਗਿਣਤੀ ਨੂੰ ਭੜਕਾਇਆ ਜਾ ਰਿਹਾ ਸਿੱਖਾਂ ਦੇ ਖਿਲਾਫ ਜੀ, ਪ੍ਰੋਪੋਗੈਂਡਾ। ਬਿਲਕੁਲ। ਉਹਦੇ ਅਧੀਨ ਵੀ ਸਿੱਖਾਂ ਨੂੰ ਇੱਕ ਹਿੰਦੂ ਦਾ ਅੰਗ ਮੰਨਦੇ ਨੇ। ਮੈਂ ਬੇਨਤੀ ਕਰ ਦੇਣਾ ਚਾਹੁੰਦਾ, ਸਮੇਂ-ਸਮੇਂ 'ਤੇ ਜਿੱਥੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਬਿਆਨ ਕੀਤਾ ਸੀਗਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅਤੇ ਉਸ ਤੋਂ ਬਾਅਦ ਇਹ ਕਈ ਮੁਸਲਿਮ ਕਹਿ ਲਓ ਜਾਂ ਮੁਗਲ ਕਹਿ ਲਓ ਸਰੋਤ ਵੀ ਐਸੇ ਨੇ ਜਿਨ੍ਹਾਂ ਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਹੋਇਆ ਹੈ, ਜਿਵੇਂ ਕਾਜ਼ੀ ਨੂਰ ਮੁਹੰਮਦ ਆ ਕੇ ਕਹਿੰਦਾ ਹੈ ਕਿ ਇਹਨਾਂ ਦਾ ਜਿਹੜਾ ਗੁਰੂ ਹੈ, ਜਿਹੜਾ ਇਹਨਾਂ ਦਾ ਪੀਰ ਹੈ, ਉਹ ਪਹਿਲਾਂ ਗੁਰੂ ਨਾਨਕ ਹੋਇਆ ਹੈ, ਫਿਰ ਗੁਰੂ ਗੋਬਿੰਦ ਹੋਇਆ ਹੈ, ਗੁਰੂ ਗੋਬਿੰਦ ਸਿੰਘ ਹੋਇਆ ਹੈ, ਜਿਨ੍ਹਾਂ ਤੋਂ ਇਹਨਾਂ ਨੂੰ ਸਿੰਘ ਦਾ ਜਿਹੜਾ ਹੈ ਉਹ ਰੁਤਬਾ ਪ੍ਰਾਪਤ ਹੋਇਆ ਹੈ, ਉਹ ਗੋਤ ਹਾਜ਼ਲ ਹੋਈ ਹੈ ਕਹਿ ਲਓ, ਤੇ ਖੰਡੇ ਬਾਟੇ ਦੀ ਪੌੜ ਹਾਜ਼ਲ ਹੋਈ ਹੈ। ਇਹਨਾਂ ਦੀ ਜਾਤ ਹੀ ਵੱਖਰੀ ਹੈ, ਇਹ ਹਿੰਦੂਆਂ ਦੇ ਵਿੱਚ ਨਹੀਂ ਆਉਂਦੇ। ਫਿਰ ਆਉਂਦੇ ਨੇ ਜਿਹੜੇ ਸਵਾਮੀ ਰਾਜਨਾਥ ਡੰਡੀ ਸੰਨਿਆਸੀ ਜੀ, ਉਹ ਹਿੰਦੂ ਧਰਮ ਤੋਂ ਬਿਲੋਂਗ ਕਰਦੇ ਨੇ ਜੀ। ਕਿਉਂਕਿ ਜੇ ਆਪਾਂ ਆਪ ਵੈਰੀਫਾਈ ਕਰੀਏ, ਆਪ ਉਸ ਚੀਜ਼ ਨੂੰ ਜਸਟੀਫਾਈ ਕਰੀਏ, ਤਾਂ ਕਹਿਣਗੇ ਵੀ ਸਿੱਖ ਤਾਂ ਆਪਣੇ ਆਪ ਨੂੰ ਕਹਿਣਗੇ। ਪਰ ਇੱਕ ਹੁਣ ਹਿੰਦੂ ਮਹਾਤਮਾ ਇੱਕ ਗੱਲ ਕਹਿ ਰਿਹਾ ਹੈ ਕਿ ਇਹਨਾਂ ਦਾ ਪੰਥ ਵੀ ਵੱਖਰਾ ਹੈ, ਇਹਨਾਂ ਦਾ ਗ੍ਰੰਥ ਵੀ ਵੱਖਰਾ ਹੈ। ਉਹਨਾਂ ਨੇ ਆਪਣੀ ਲਿਖਤ ਦੇ ਵਿੱਚ ਲਿਖਿਆ ਹੈ ਸਰਵੋਤਮ ਧਰਮ ਗ੍ਰੰਥ ਗੁਰੂ ਗ੍ਰੰਥ ਸਾਹਿਬ, ਤੇ ਸਰਵੋਤਮ ਜਿਹੜਾ ਹੈ ਉਹ ਪੰਥ ਖਾਲਸਾ ਪੰਥ, ਉਹਨਾਂ ਨੇ ਜਿਹੜੀ ਉਹ ਗੱਲ ਆਖੀ ਹੈ। ਤੇ ਉਹਦੇ ਪੰਨਾ ਨੰਬਰ 92 ਦੇ ਵਿੱਚ ਗੱਲ ਲਿਖੀ ਹੋਈ ਹੈ ਕਿ ਇਹਨਾਂ ਦਾ ਧਰਮ ਵੱਖਰਾ ਹੈ, ਇਹਨਾਂ ਦਾ ਪੰਥ ਵੱਖਰਾ ਹੈ, ਇਹਨਾਂ ਦਾ ਮਾਰਗ ਵੱਖਰਾ ਹੈ। ਇਹਨਾਂ ਨੂੰ ਕੀ ਕਹਿੰਦੇ, ਜੇ ਗੁਰੂ ਮਹਾਰਾਜ ਨੂੰ ਉਸੇ ਧਰਮ ਦੇ ਵਿੱਚ ਰਹਿ ਕੇ ਤੇ ਇੱਕ ਸਹੀ ਮਾਰਗ ਦਰਸਾਉਣਾ ਚਾਹੁੰਦੇ ਹੁੰਦੇ ਤਾਂ ਗੁਰੂ ਮਹਾਰਾਜ ਦਰਸਾ ਸਕਦੇ ਸੀ, ਪਰ ਉਹਨਾਂ ਨੇ ਇੱਕ ਆਲਟਰਨੇਟ ਮਾਰਗ ਜਿਹੜਾ ਹੈ ਉਹ ਸਿੱਖਾਂ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਜਿਹੜਾ ਪੇਸ਼ ਕੀਤਾ। ਤੇ ਇਸ ਕਰਕੇ ਸਿੱਖਾਂ ਨੂੰ ਹਿੰਦੂ ਕਹਿਣਾ ਇੱਕ ਮਹਾ ਮੂਰਖਤਾ ਹੈ। ਮੇਰੇ ਸ਼ਬਦ ਨਹੀਂ ਗੇ, ਇਹ ਸਵਾਮੀ ਜੀ ਦੇ ਸ਼ਬਦ ਨੇ ਜੀ। ਫਿਰ 1947 ਤੋਂ ਪਹਿਲਾਂ ਗੋਰੇ ਨੇ ਇੱਧਰੋਂ, ਜਦੋਂ ਕਲੋਨੀਅਲ ਪੀਰੀਅਡ ਦਾ ਐਂਡ ਹੋਣ ਲੱਗਦਾ ਹੈ, ਉਦੋਂ ਗੋਰਾ ਇਹ ਗੱਲ ਕਹਿ ਕੇ ਜਾਂਦਾ ਹੈ ਕਿ ਇਸ ਧਰਤੀ ਦੇ ਉੱਤੇ ਤਿੰਨ ਜਿਹੜੀਆਂ ਨਸਲਾਂ ਨੇ
ਜੀ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਹਿੰਦੂ ਨੇ, ਫਿਰ ਮੁਸਲਮਾਨ ਨੇ ਤੇ ਨਾਲੇ ਸਿੱਖ ਨੇ ਜਿਹੜੀ ਰਾਜ ਸੱਤਾ ਦੇ ਉੱਤੇ ਕਲੇਮ ਰੱਖਦੇ ਨੇ, ਜਿਨ੍ਹਾਂ ਦਾ ਹੱਕ ਬਣਦਾ ਆ ਆਪਣਾ ਕੀ ਕਹਿੰਦੇ ਕਿ ਆਜ਼ਾਦ ਖਿੱਤੇ ਦੇ ਉੱਤੇ ਉਹਨਾਂ ਦਾ ਇੱਕ ਹੱਕ ਬਣਦਾ ਆ। ਸੋ ਇਹ ਚੀਜ਼ਾਂ ਨੂੰ ਜਦੋਂ ਆਪਾਂ ਐਨਾਲਾਈਜ਼ ਕਰਦੇ ਆ, ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ 1947 ਦੀ ਵੰਡ ਜਿਹੜੀ ਹੈ ਉਸ ਤੋਂ ਪਹਿਲਾਂ ਸਾਨੂੰ ਵੀ ਜਿਹੜੀ ਹੈ ਮਿੱਠੀ ਗੋਲੀ ਇੱਕ ਦਿੱਤੀ ਗਈ, ਕਹਿ ਲਓ ਕਿ ਸਾਡੇ ਨਾਲ ਇੱਕ ਵਿਸ਼ਵਾਸਘਾਤ ਕਰਨ ਦੇ ਲਈ ਚਾਲ ਖੇਡੀ ਗਈ ਕਿ ਸਿੱਖੋ ਤੁਸੀਂ ਹਿੰਦੁਸਤਾਨ ਦਾ ਹਿੱਸਾ ਰਹੋ ਤੇ ਤੁਹਾਨੂੰ ਆਜ਼ਾਦ ਭਾਰਤ ਦੇ ਵਿੱਚ, ਉਹਨੂੰ ਆਜ਼ਾਦ ਭਾਰਤ ਕਹਿੰਦੇ ਸੀਗੇ, ਕਿ ਵੰਡੇ ਹੋਏ ਭਾਰਤ ਦੇ ਵਿੱਚ ਤੁਹਾਨੂੰ ਉੱਤਰੀ ਭਾਰਤ 'ਚ ਇੱਕ ਐਸਾ ਖਿੱਤਾ ਦਿੱਤਾ ਜਾਵੇਗਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਬਿਲਕੁਲ। ਪਰ ਉਹਨਾਂ ਨੂੰ ਇਹ ਗੱਲ ਪਤਾ ਸੀ, ਜਦੋਂ ਸਿੱਖਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਜਾਂਦੇ ਹੋ ਫਿਰ ਤੁਸੀਂ ਕੀ ਕਰੋਗੇ, ਤੇ ਅੱਗਿਓਂ ਉਦੋਂ ਦੇ ਲੀਡਰਾਂ ਦਾ ਜਵਾਬ ਆਇਆ ਕਿ ਤੁਸੀਂ ਕਿਰਪਾਨ ਦੇ ਸਿਰ ਤੇ ਰਾਜ ਲੈਣਾ ਜਾਣਦੇ ਹੋ, ਤੁਹਾਡੇ ਕੋਲ ਤੇਗ ਹੈਗੀ ਹੈ ਤੇ ਇਹਦੇ ਸਿਰ ਤੇ ਤੁਸੀਂ ਰਾਜ ਲੈ ਲਿਓ। ਪਰ 1947 ਦੇ ਜਦੋਂ ਵੰਡ ਹੁੰਦੀ ਹੈ, ਸਾਡੇ ਲੀਡਰ ਉਧਰ ਜਿਹੜੇ ਨੇ ਆਪਣਾ ਰਾਜ ਹਾਸਲ ਨਹੀਂ ਕਰ ਪਾਉਂਦੇ ਤੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਹਿੱਸਾ ਜਿਹੜਾ ਹੈ ਉਹ ਉਸ ਨੂੰ ਜਿਹੜਾ ਮੰਨ ਲੈਂਦੇ ਨੇ। ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਹੁਕਮਰਾਨ ਦੇ ਮਨ ਦੇ ਵਿੱਚ ਗੱਲ ਆਉਂਦੀ ਹੈ ਕਿ ਇਹ ਇੱਕ ਮਾਰਸ਼ਲ ਕੌਮ ਹੈ, ਜਿੱਥੇ ਸੰਤ ਹੈ ਉੱਥੇ ਸਿਪਾਹੀ ਹੈ। ਇਹਨਾਂ ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਆਉਂਦਾ, ਇਨਕਲਾਬ ਦਾ ਸਿਧਾਂਤ ਵੀ ਆਵੇਗਾ, ਆਜ਼ਾਦ ਹਸਤੀ ਵੱਖਰੀ ਹੋਂਦ ਦਾ ਇਹਨਾਂ ਦਾ ਜਿਹੜਾ ਸਿਧਾਂਤ ਹੈ ਉਹ ਇਹਨਾਂ ਦਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਆਏਗਾ ਤੇ ਇਹ ਆਪਣੀ ਆਵਾਜ਼ ਉਠਾਉਣਗੇ। 1947 ਦੀ ਵੰਡ ਤੋਂ ਬਾਅਦ ਕੁਝ ਸਾਲਾਂ ਬਾਅਦ ਹੀ ਇੱਕ ਬਿਆਨ ਆਉਂਦਾ ਹੁਕਮਰਾਨ ਵੱਲੋਂ ਕਿ ਸਿੱਖ ਜਰਾਇਮ ਪੇਸ਼ਾ ਕੌਮ ਨੇ। ਹੁਣ ਇਹਦੇ ਵਿੱਚ ਕੀ ਛਲ ਤੇ ਕੀ ਕਪਟ ਲੁਕਿਆ ਹੋਇਆ ਸੀ, ਕੀ ਉਹਨਾਂ ਦੀ ਦੂਰਅੰਦੇਸ਼ੀ ਸੀ ਜਿਸ ਨੂੰ ਆਪਾਂ ਉਸ ਵੇਲੇ ਸਮਝ ਨਹੀਂ ਸਕੇ। ਉਹ ਇਹ ਸੀ ਕਿ ਇਸ ਕੌਮ ਨੇ ਆਪਣਾ ਵੱਖਰਾ ਖਿੱਤਾ ਮੰਗਣਾ ਹੈ, ਇਸ ਤੋਂ ਪਹਿਲਾਂ ਕਿ ਇਹ ਆਪਣਾ ਵੱਖਰਾ ਖਿੱਤਾ ਮੰਗਣ ਉਹਨਾਂ ਨੇ ਪ੍ਰੋਐਕਟਿਵਨੈਸ ਦਿਖਾ ਕੇ ਤੇ ਬਹੁ ਗਿਣਤੀ ਦੇ ਵਿੱਚ ਸਿੱਖਾਂ ਦੀ ਛਵੀ ਖਰਾਬ ਕਰਨੀ ਸ਼ੁਰੂ ਕਰ ਦਿੱਤੀ। ਬਿਲਕੁਲ। ਉਹ ਫਿਰ ਭਾਵੇਂ 1955 ਦੇ ਵਿੱਚ ਦਗੜ ਕਰਕੇ ਜਿਹੜੇ ਆ ਉਹ ਸੈਂਟਰ ਦੇ ਬੰਦੇ ਫੌਜੀ ਜਿਹੜੇ ਆ ਉਹ ਸ਼੍ਰੀ ਹਰਮੰਦਰ ਸਾਹਿਬ, ਹੁਣ ਕਿੰਨੇ ਕੁ ਸਾਲ ਹੋਏ ਸੀ, ਮੇਰੇ ਖਿਆਲ 7-8 ਸਾਲ ਹੋਏ ਸੀਗੇ ਆਜ਼ਾਦ ਹੋਏ ਨੂੰ ਜਾਂ ਵੰਡ ਹੋਈ ਨੂੰ। ਸਭ ਤੋਂ ਪਹਿਲਾਂ ਤੇ ਇਹ ਗੱਲ ਆਪਾਂ ਨੂੰ ਸਮਝਣੀ ਪਊਗੀ ਕਿ ਸਿੱਖਾਂ ਦੇ ਹੋਮਲੈਂਡ ਨੂੰ ਚੀਰ ਕੇ ਤੇ ਵੰਡੀ ਹੁੰਦੀ ਹੈ, ਜਿੱਥੇ ਕਿ ਸਿੱਖਾਂ ਦਾ ਇੱਕ ਆਪਣਾ ਹੋਮਲੈਂਡ ਚਾਹੀਦਾ ਸੀ, ਬਣਦਾ ਸੀ ਤੇ ਸਾਡੇ ਨਾਲ ਝੂਠ ਤੇ ਫਰੇਬ ਕਰਕੇ। ਇਸੇ ਕਰਕੇ ਸਰ ਇਕਬਾਲ ਨੇ ਇੱਕ ਗੱਲ ਆਖੀ ਸੀ ਜਿਹੜੀ ਇਸ ਮੌਕੇ ਤੇ ਉੱਤੇ ਟੁਕਦੀ ਹੈ, ਜੋ ਸਿੱਖਾਂ ਨਾਲ ਧੱਕਾ ਹੋਇਆ ਉਹਦੇ ਉੱਤੇ ਵੀ ਟੁਕਦੀ ਹੈ ਕਿ ਅਬ ਸ਼ਰਮ ਆਤੀ ਹੈ ਇਸੇ ਵਤਨ ਕਹਤੇ, ਕਿ ਸਿੱਖਾਂ ਦੇ ਨਾਲ ਧੋਖਾ ਤੇ ਫਰੇਬ ਹੋਇਆ। ਤੇ ਜੇ ਸਾਡੇ ਪੰਜਾਬ ਦੀ ਗੱਲ ਆਈ ਹੈ ਤੇ ਲੀਰੋ ਲੀਰ ਕਰਕੇ, ਪਹਿਲਾਂ ਤਾਂ ਮੈਂ ਸਮਝਦਾ ਹਾਂ ਕਿ ਇੱਕ ਵੱਡਾ ਹਿੱਸਾ 70% ਸਾਡਾ ਪੰਜਾਬ ਜਿਹੜਾ ਉਹ ਪਾਕਿਸਤਾਨ ਨੂੰ ਦੇ ਦਿੱਤਾ ਗਿਆ, ਜਿਹੜਾ 30% ਰਹਿ ਉਹ ਵੀ ਲੀਰੋ ਲੀਰ ਕਰਕੇ ਸਾਡੇ ਕੋਲ ਇੱਕ ਛੋਟਾ ਜਿਹਾ ਇੱਕ ਸੂਬਾ ਜਿਹੜਾ ਆ ਉਹ ਰਹਿ ਗਿਆ। ਫਿਰ ਸਿੱਖਾਂ ਨੂੰ ਡੀਫੇਮ ਕਰਨ ਦੇ ਲਈ ਸਮੇਂ-ਸਮੇਂ ਤੇ ਮੂਵਮੈਂਟਾਂ ਚਲਾਈਆਂ ਗਈਆਂ। ਪਰ ਹੁੰਦਾ ਕੀ ਹੈ, ਜਦੋਂ ਮੂਵਮੈਂਟ ਚੱਲਦੀ ਹੈ ਕਿ ਸਿੱਖ ਰਿਟੈਲੀਏਸ਼ਨ ਸ਼ੁਰੂ ਕਰ ਦਿੰਦੇ ਨੇ। ਜਦੋਂ ਸਿੱਖ ਰਿਟੈਲੀਏਸ਼ਨ ਕਰਦਾ, ਸਿੱਖ ਦੀ ਨੀਂਹ ਜਿਹੜੀ ਹੈ ਉਹ ਸੱਚ ਤੋਂ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਤੋਂ ਆਉਂਦੀ ਹੈ। ਸਿੱਖਾਂ ਨੇ ਜਦੋਂ ਵੀ ਰਾਜ ਕੀਤਾ, ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਕੁਝ ਦੇਰ ਰਾਜ ਕੀਤਾ ਹੈ, ਪਰ ਸਿੱਖਾਂ ਦੀ ਜਿਹੜੀ ਹੈ ਬੁਨਿਆਦੀ ਨੀਂਹ ਜਿਹੜੀ ਹੈ ਉਹ ਸੱਚ ਤੋਂ ਆਉਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਹੈ ਉਹ ਧਰਮ ਦਾ ਰਾਜ ਸੀ। ਸਬਜ਼ ਖਾਲੀ ਬੁੱਠੀਆਂ ਇਹੋ ਹੁਆ ਹਲੀਮੀ ਰਾਜ ਜੀਓ। ਉਹਨਾਂ ਨੂੰ ਪਤਾ ਸੀ ਇਹਨਾਂ ਨੇ ਆਪਣੇ ਹੱਕ ਸੱਚ ਦੀ ਗੱਲ ਕਰਨੀ ਹੈ। ਪਰ ਇੱਕ ਸਮਾਂ ਐਸਾ ਆਇਆ ਜਦੋਂ ਸਿੱਖਾਂ ਦੀ ਰੈਜ਼ਿਸਟੈਂਸ ਵਧਣ ਲੱਗ ਪਈ। ਜੋ ਪਲੈਨਿੰਗ 1947 ਦੇ ਵਿੱਚ ਹੁਕਮਰਾਨ ਨੇ ਕੀਤੀ ਸੀ ਉਹ ਥੋੜੀ ਹੌਲੀ ਪੈਣੀ ਸ਼ੁਰੂ ਹੋ ਗਈ। ਜਦੋਂ 75-76 ਦੇ ਵਿੱਚ ਐਮਰਜੈਂਸੀ ਲੱਗਦੀ ਹੈ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਕਿਉਂਕਿ ਦਮਦਮੀ ਟਕਸਾਲ ਦੀ ਗੱਲ ਆਉਣੀ ਹੈ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਗੱਲ ਆਉਣੀ ਜਦੋਂ ਆਪਾਂ 84 ਦੀ ਗੱਲ ਕਰਨੀ ਹੈ। ਸੋ ਉਦੋਂ ਜਦੋਂ 4 ਸਿੱਖ ਇਕੱਠੇ ਨਹੀਂ ਸੀ ਹੋ ਸਕਦੇ, ਦਸਤਾਰਾਂ ਵਾਲੇ ਕੋਈ ਵੀਰ ਇਕੱਠੇ ਨਹੀਂ ਸੀ ਹੋ ਸਕਦੇ, ਸਾਰੀ ਲੀਡਰਸ਼ਿਪ, ਸਿਆਸੀ ਲੀਡਰਸ਼ਿਪ ਜਿਹੜੀ ਆ ਉਹ ਚੁੱਕ ਕੇ ਤੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੀ ਗਈ ਸੀ। ਇੰਦਰਾ ਨੇ ਆਪਣਾ ਕਹਿਰ ਦਿਖਾਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਤੋਂ ਪਹਿਲਾਂ ਕਿ ਸਿਰ ਆਪਣੇ ਸਿੱਖ ਜਿਹੜੇ ਆ ਉਹ ਆਪਣੇ ਸਿਰ ਚੁੱਕਣ, ਇਹਨਾਂ ਦੇ ਸਿਰ ਜਿਹੜੇ ਆ ਪਹਿਲਾਂ ਹੀ ਕੁਚਲ ਦੇਣੇ ਚਾਹੀਦੇ ਆ, ਇਹਨਾਂ ਦੀ ਆਵਾਜ਼ ਬੰਦ ਕਰ ਦੇਣੀ ਚਾਹੀਦੀ, ਇਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿਓ। ਉਦੋਂ ਕਿਹੜਾ ਸੋਸ਼ਲ ਮੀਡੀਆ ਸੀ। ਉਸ ਵੇਲੇ ਜੇ ਚਾਰਜ ਲਿਆ ਸਿੱਖ ਕੌਮ ਦੇ ਹੱਕਾਂ ਨੂੰ ਬੁਲੰਦ ਕਰਨ ਦਾ, ਤੇ ਉਹ ਚਾਰਜ ਲਿਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ, 13ਵੇਂ ਮੁਖੀ ਦਮਦਮੀ ਟਕਸਾਲ, ਉਹਨਾਂ ਨੇ ਇਹ ਚਾਰਜ ਲਿਆ। ਜਦੋਂ 4 ਸਿੱਖ ਨਹੀਂ ਸੀ ਇਕੱਠੇ ਹੋ ਸਕਦੇ, ਉਦੋਂ 36 ਨਗਰ ਕੀਰਤਨ ਐਮਰਜੈਂਸੀ ਦੇ ਧੱਜੀਆਂ ਉਡਾ ਦਿੱਤੀਆਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ। ਤੇ ਇਸ ਚੀਜ਼ ਦਾ ਜਿਹੜਾ ਇਹ ਵੇਰਵਾ ਇੰਦਰਾ ਗਾਂਧੀ ਨੂੰ ਪਹੁੰਚ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਤੁਸੀਂ ਐਮਰਜੈਂਸੀ ਲਗਾਈ ਹੈ ਉਹਦੇ ਧੱਜੀਆਂ ਉਡਾਈਆਂ ਜਾ ਰਹੀਆਂ। ਉਹ ਕਹਿੰਦੀ ਕਿੰਨੇ ਉਡਾਈਆਂ? ਕਹਿੰਦੇ ਕੋਈ ਭਿੰਡਰਾਂਵਾਲਾ ਹੈ। ਇਹ ਸ਼ਬਦ ਉਹਦੇ ਕੰਨਾਂ ਦੇ ਵਿੱਚ ਪਿਆ ਕਿ ਭਿੰਡਰਾਂਵਾਲਾ ਹੈ, ਉਹ ਧੱਜੀਆਂ ਉਡਾ ਰਿਹਾ ਤੁਹਾਡੀ ਐਮਰਜੈਂਸੀ ਦੀਆਂ। ਤੁਸੀਂ ਕਹਿੰਦੇ ਸੀ 4 ਨਹੀਂ ਸੀ ਬੰਦਾ ਇਕੱਠੇ ਹੋ ਸਕਦੇ। ਉਹਨਾਂ ਨੇ 36 ਨਗਰ ਕੀਰਤਨ ਕੱਢੇ ਆ। ਕਲਾਈਮੈਕਸ ਇਸ ਮੂਵਮੈਂਟ ਦਾ ਉਧਰ ਆਉਂਦਾ ਹੈ ਜਦੋਂ 37ਵਾਂ ਨਗਰ ਕੀਰਤਨ ਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਵਿਖੇ
ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲੇ ਤੇ ਸਮੂਹ ਸਿੱਖ ਸੰਗਤਾਂ ਉਧਰ ਪਹੁੰਚ ਜਾਂਦੀਆਂ ਨੇ ਜੀ। ਵੱਡੇ ਵੱਡੇ ਲੀਡਰ ਉਧਰ ਸਿਫਤਾਂ ਕਰਦੇ ਨੇ ਸੈਂਟਰ ਦੇ ਹੁਕਮਰਾਨ ਦੀਆਂ ਕਿ ਸਾਡੇ ਧੰਨ ਭਾਗ ਨੇ, ਤੁਸੀਂ ਇੱਧਰ ਆਏ ਹੋ ਤੇ ਗੁਰੂ ਮਹਾਰਾਜ ਨੂੰ ਨਤਮਸਤਕ ਹੋਏ ਹੋ। ਤੇ ਇੰਦਰਾ ਵੀ ਵੱਡੀਆਂ ਗੱਲਾਂ ਕਰਦੀ ਹੈ, ਫਲਾਨੀ ਹੋ ਗਈ, ਤਿਮਕੜੀ ਹੋ ਗਈ। ਤੇ ਉਸ ਤੋਂ ਬਾਅਦ ਵਾਰੀ ਆਂਦੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲਿਆਂ ਦੀ, ਤੇ ਬੀਬੀ ਵਾਪਸ ਜਾਣ ਲੱਗਦੀ ਹੈ ਤੇ ਸਟੇਜ ਮਾਈਕ ਫੜ ਕੇ ਤੇ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲੇ ਕਹਿ ਦਿੰਦੇ, ਬੀਬੀ ਹੁਣ ਤੂੰ ਆਪਣੀਆਂ ਸੁਣਾਲੀਆਂ ਸਾਡੀ ਵੀ ਸੁਣ ਕੇ ਜਾ। ਇਹ ਮਤ ਖਿਆਲ ਰੱਖੀ ਕਿ ਅਸੀਂ ਹਿੰਦੁਸਤਾਨ ਨੂੰ ਜੇਲ੍ਹ ਖਾਨਾ ਬਣਾ ਦਿਆਂਗੇ। ਬੀਬੀ ਮੈਂ ਹੀ ਐਮਰਜੈਂਸੀ ਦੇ ਖਿਲਾਫ ਭਾਵੇਂ ਗੋਲੀ ਮਰਵਾਣੀ ਆ, ਮੈਂ ਐਮਰਜੈਂਸੀ ਦੇ ਖਿਲਾਫ ਹੀ। ਤੇ ਇਹ ਭੁਲੇਖਾ ਕੱਢ ਦੇ ਕਿ ਭਾਗ ਸਾਡੇ ਵੱਡੇ, ਭਾਗ ਤੁਹਾਡੇ ਵੱਡੇ ਐ। ਜੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਆਪਣੀ ਸ਼ਹੀਦੀ ਨਾ ਦਿੰਦੇ ਤੇ ਬੀਬੀ ਇੰਦਰਾ ਤੂੰ ਅੱਜ ਬੁਰਕੇ ਦੇ ਵਿੱਚ ਬੰਦ ਹੋ ਕੇ ਇੱਥੇ ਖੜੀ ਹੋਣਾ ਸੀ। ਜਿੰਨੇ ਤੇਰੇ ਸਰੀਰ ਦੇ ਉੱਤੇ ਰੋਮ ਨੇ ਉਨੀ ਵਾਰੀ ਜਨਮ ਲੈ ਕੇ ਤੇ ਲੰਮੀ ਪੈ ਪੈ ਕੇ ਤੇ ਉਧਰ ਮੱਥੇ ਟੇਕੇ, ਫਿਰ ਵੀ ਤੁਸੀਂ ਜਿਹੜਾ ਇਹ ਗੁਰੂ ਮਹਾਰਾਜ ਦਾ ਜਿਹੜਾ ਕਰਜ਼ ਹੈ ਉਹ ਨਹੀਂ ਉਤਾਰ ਸਕਦੇ। ਉਹਨੇ ਗਿਆਨੀ ਜੈਲ ਸਿੰਘ ਨੂੰ ਪੁੱਛਿਆ ਇਹ ਕੌਣ ਹੈ, ਅੱਗੋਂ ਜਵਾਬ ਆਇਆ ਇਹੀ ਹੈ ਪਿੰਡਰਾਂਵਾਲਾ। ਉਹਨੂੰ ਉਦੋਂ ਤੋਂ ਥ੍ਰੈਟ ਜਿਹੜਾ ਮਹਿਸੂਸ ਹੋਣਾ ਸ਼ੁਰੂ ਹੋ ਗਿਆ। ਮਤਲਬ ਕਹਿਣ ਤੋਂ ਭਾਵ ਤੁਹਾਡੀ ਜਿਹੜੀ ਗੱਲਬਾਤ ਸਮੁੱਚੀ ਆ ਕਿ ਜਿਹੜਾ 1984 ਦੇ ਵਿੱਚ ਜੋ ਕੁਝ ਵਾਪਰਿਆ ਉਹ ਇੱਕ ਖੁੰਦਕ ਸੀਗੀ ਉਦੋਂ ਦੀ ਵੀ, ਜੋ ਕੁਝ ਸੰਤ ਕਰਤਾਰ ਸਿੰਘ ਜੀ ਨੇ ਕਿਹਾ ਤੇ ਸਿੱਖਾਂ ਨੂੰ ਲੈ ਕੇ ਪਹਿਲਾਂ ਤੋਂ ਜੋ ਕੁਝ ਚੱਲਦਾ ਆ ਰਿਹਾ ਸੀਗਾ ਉਸ ਚੀਜ਼ ਨੂੰ ਲੈ ਕੇ 1984 ਦੇ ਵਿੱਚ ਭਾਰੀ ਜਿਹੜੀ ਫੌਜ ਹੈ ਇੱਥੇ ਭੇਜੀ ਗਈ, ਕਿਉਂਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਵੀ ਨਾਦਾਨ ਨਹੀਂ ਹੁੰਦਾ ਕਿ ਉਹਨੂੰ ਪਤਾ ਨਾ ਹੋਵੇ ਕਿ ਕੀ ਹੋਊਗਾ ਜਾਂ ਕੀ ਸਿੱਟੇ ਨਿਕਲਣਗੇ ਜਾਂ ਕਿਸੇ ਧਾਰਮਿਕ ਸਥਾਨ ਦੇ ਉੱਤੇ ਫੌਜ ਚੜ੍ਹਨ ਦਾ ਕੀ ਮਤਲਬ ਹੈ। ਵੇਖੋ ਜੋ ਸੰਤਾਂ ਨੇ ਮੂਵਮੈਂਟ ਚਲਾਈ ਜੀ, ਜੋ ਉਸ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਮੂਵਮੈਂਟ ਚਲਾਈ, ਨਾਲ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਨੇ ਮੂਵਮੈਂਟ ਚਲਾਈ, ਉਹਨੂੰ ਮੌਕੇ ਦੀ ਹੁਕਮਰਾਨ ਜਿਹੜੀ ਹੈ ਇੰਦਰਾ ਗਾਂਧੀ ਸੀ ਹਨਾ। ਸ਼ਕਲਾਂ ਬਦਲਦੀਆਂ ਆਈਆਂ ਨੇ, ਫਿਤਰਤ ਨਹੀਂ ਬਦਲਦੀ ਆਈ। ਭਾਵੇਂ ਕਲੋਨੀਅਲ ਪੀਰੀਅਡ ਤੇ ਗੋਰਾ ਸੀ, ਉਸ ਤੋਂ ਬਾਅਦ ਜਿਹੜੇ ਹੈ ਇਸ ਦੇਸ਼ ਦੇ ਵਸਨੀਕ ਸੀ, ਫਿਤਰਤ ਨਹੀਂ ਬਦਲਦੀ ਆਈ। ਉਦੋਂ ਇੰਦਰਾ ਗਾਂਧੀ ਸੀ, ਉਹਨੇ ਉਸ ਮੂਵਮੈਂਟ ਨੂੰ ਐਜ਼ ਐਨ ਆਬਸਟੈਕਲ ਵੇਖਿਆ। ਜਿੱਧਰ ਤੱਕ ਮੈਂ ਐਨਾਲਾਈਜ਼ ਕੀਤਾ ਕਿ ਜਿਹੜੀ ਮੂਵਮੈਂਟ ਸਿੱਖਾਂ ਦੇ ਵਿੱਚ ਜੋਸ਼ ਭਰਦੀ ਹੋਵੇ, ਜਿਹੜੀ ਮੂਵਮੈਂਟ ਸਿੱਖਾਂ ਦੇ ਵਿੱਚ ਆਪਣੇ ਇਤਿਹਾਸ ਬਾਰੇ ਗਿਆਨ ਭਰਦੀ ਹੋਵੇ, ਗੁਰੂ ਮਹਾਰਾਜ ਪ੍ਰਤੀ ਪਿਆਰ ਭਰਦੀ ਹੋਵੇ, ਸਿੱਖਾਂ ਨੂੰ ਸੁਚੇਤ ਕਰਦੀ ਹੋਵੇ, ਬੁਝੇ ਦੀਵੇ ਜਿਹੜੇ ਆ ਉਹ ਬਾਲਦੀ ਹੋਏ ਫਿਰ ਤੋਂ ਉਹ ਦੀਵੇ ਇਕੱਠੇ ਹੋ ਕੇ ਮਸ਼ਾਲ ਬਣਦੇ ਹੋਣ ਤੇ ਉਹਨਾਂ ਵਾਅਦਿਆਂ ਵੱਲ ਜਾਣ ਜਿਹੜੇ ਵਾਅਦੇ ਇੰਦਰਾ ਦੇ ਹੀ ਪੁਰਖਿਆਂ ਨੇ ਸਾਡੇ ਨਾਲ ਕੀਤੇ ਸੀ। ਉਸ ਚੀਜ਼ ਨੂੰ ਇੰਦਰਾ ਨਹੀਂ ਸੀ ਮੰਨਣਾ ਚਾਹੁੰਦੀ ਤੇ ਉਹਨੂੰ ਐਜ਼ ਐਨ ਆਬਸਟੈਕਲ ਵੇਖਦੀ ਸੀ ਕਿ ਅਸੀਂ ਇਸ ਚੀਜ਼ ਦਾ ਤਹਈਆ ਕੀਤਾ ਸੀ ਕਿ ਸਿੱਖਾਂ ਨੂੰ ਅਸੀਂ ਡੀਫੇਮ ਕਰਨਾ ਹੈ, ਪਰ ਸਿੱਖ ਆਪਣੇ ਹੱਕਾਂ ਦੇ ਲਈ ਆਪਣੇ ਸਿਰ ਚੁੱਕਣੇ ਸ਼ੁਰੂ ਕਰ ਚੁੱਕੇ ਨੇ। ਇਹਨਾਂ ਨੂੰ ਸਨਬ ਕਰਨਾ ਪਊਗਾ ਜੇ ਅਸੀਂ ਆਪਣੀ ਮੂਵਮੈਂਟ ਕੈਰੀ ਫਾਰਵਰਡ ਕਰਨੀ ਹੈ। ਸੋ 1984 ਦੇ ਵਿੱਚ ਜੋ ਹੋਇਆ ਉਹ ਉਸ ਆਬਸਟੈਕਲ ਨੂੰ ਓਵਰਟੇਕ ਕਰਨ ਦੇ ਲਈ ਹੋਇਆ ਸੀ। ਹੁਣ 1977 ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂਵਾਲੇ ਅਕਾਲ ਚਲਾਣਾ ਕਰ ਜਾਂਦੇ ਨੇ। ਉਹ ਪਹਿਰਾ ਦਿੰਦੇ ਨੇ ਸਿਰ ਜਾਵੇ ਤਾਂ ਜਾਵੇ, ਸਾਡਾ ਸਿੱਖੀ ਸਿਦਕ ਨਾ ਜਾਵੇ। ਉਹ ਆਪਣੇ ਛਾਤੀ ਤੋਂ ਰੋਮ ਜਿਹੜੇ ਆ ਉਹ ਨਹੀਂ ਜੁਦਾ ਕਰਾਉਂਦੇ ਤੇ ਅਕਾਲ ਪੁਰਖ ਦੇ ਚਰਨਾਂ 'ਚ ਅਭੇਦ ਹੋ ਜਾਂਦੇ ਨੇ। ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਆਉਂਦੇ ਨੇ, ਜਿਨ੍ਹਾਂ ਨੂੰ ਸੰਤ ਕਰਤਾਰ ਸਿੰਘ ਨੇ ਹੱਥੀਂ ਤਰਾਸ਼ਿਆ ਸੀ। ਉਹ ਇੱਕ ਹੀਰਾ ਤਰਾਸ਼ ਕੇ ਕੌਮ ਦੀ ਝੋਲੀ ਦੇ ਵਿੱਚ ਪਾਇਆ ਸੀ। ਤੇ ਸੰਤਾਂ ਨੇ ਵੀ ਇਹ ਸ਼ਰਤ ਤੇ ਪੱਗ ਆਪਣੇ ਸਿਰ ਤੇ ਰਖਾਈ ਸੀ। ਹੁਣ ਤਾਂ ਕਈ ਕੰਟਰੋਵਰਸੀਆਂ ਪਾਉਣੀਆਂ ਸ਼ੁਰੂ ਕਰ ਦਿੰਦੇ ਨੇ ਸਿੱਖ ਪੰਥ ਦੇ ਵਿੱਚ ਕਿ ਇੰਜ ਸੀ ਤੇ ਉਂਝ ਸੀ। ਸੰਤ ਜਰਨੈਲ ਸਿੰਘ ਜੀ ਨੇ ਆਪਣੇ ਸਿਰ ਤੇ ਪੱਗ ਇਸ ਸ਼ਰਤ ਤੇ ਰਖਾਈ ਸੀਗੀ ਕਿ ਜੇ ਭਾਈ ਅਮਰੀਕ ਸਿੰਘ ਮੇਰੇ ਨਾਲ ਮੋਢਾ ਲਾ ਕੇ ਚੱਲੇਗਾ ਤਾਂ ਮੈਂ ਸਿਰ ਤੇ ਪੱਗ ਬੰਨ੍ਹਣੀ ਨਹੀਂ ਤੇ ਨਹੀਂ। ਉਹਨਾਂ ਦਾ ਪਿਆਰ ਜਿੰਨਾ ਡੂੰਘਾ ਸੀ, ਸਭ ਤੋਂ ਵੱਡਾ ਵਿਸ਼ਵਾਸ ਪਾਤਰ ਸੰਤ ਜਰਨੈਲ ਸਿੰਘ ਦਾ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਸਨ। ਤੇ ਜਿੱਧਰ ਤੱਕ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸ਼ਖਸੀਅਤ ਦੀ ਗੱਲ ਕਰੀਏ, ਉਹਨਾਂ ਨੇ ਜਥੇ ਦੇ ਵਿੱਚ ਵੀ ਸਮਾਂ ਜਿਹੜਾ ਹੈ ਉਹ ਬਿਤਾਇਆ ਸੀ। ਰਹਿਤ ਮਰਿਆਦਾ ਦੇ ਪੱਕੇ ਸਨ, ਗੁਰੂ ਮਹਾਰਾਜ ਦੇ ਚਰਨਾਂ 'ਚ ਲਿਵ ਲੱਗੀ ਸੀ ਤੇ ਰੋਮ ਚੋਂ ਗੁਰੂ ਮਹਾਰਾਜ ਦਾ ਸਿਮਰਨ ਜਿਹੜਾ ਹੈ ਉਹਨਾਂ ਸਵਾਸ ਸਿਮਰਨ ਕਰਿਆ ਕਰਦੇ ਸਨ। ਉੱਚਾ ਜੀਵਨ ਸੀ, ਉੱਚੇ ਉਹਨਾਂ ਦੀ ਸੋਚ ਸੀ। ਤੇ ਜੇ ਮੈਂ ਥੋੜਾ ਜਿਹਾ ਹੋਰ ਮੈਗਨੀਫਾਈ ਕਰਾਂ ਕਿ ਭਾਈ ਅਮਰੀਕ ਸਿੰਘ ਜੀ ਦੀ ਸ਼ਖਸੀਅਤ ਬਾਰੇ ਜੇ ਆਪਾਂ ਗੱਲ ਕਰੀਏ, ਜੋ ਉਹਨਾਂ ਦੀ ਦੂਰ ਅੰਦੇਸ਼ੀ ਸੀ ਉਹ ਅਨਪੈਰਲਲ ਆ, ਅੱਜ ਵੀ ਅਨਪੈਰਲਲ ਆ। ਕਿਉਂਕਿ ਉਹ ਹੁਕਮਰਾਨ ਵੱਲੋਂ ਕੀਤੇ ਜਾ ਰਹੇ ਜੋ ਉਹਨਾਂ ਦੇ ਖੇਡ ਰਚੇ ਜਾ ਰਹੇ ਸਨ, ਜੋ ਤਸ਼ੱਦਦ ਢਾਇਆ ਜਾ ਰਿਹਾ ਸੀ, ਉਹਨਾਂ ਨੂੰ ਉਹ ਐਨਾਲਾਈਜ਼ ਕਰਕੇ ਵਾਚ ਕਰ ਚੁੱਕੇ ਸਨ। ਤੇ ਉਹਨਾਂ ਨੂੰ ਪਤਾ ਸੀਗਾ ਕਿ ਇਸ ਚੀਜ਼ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਹੀ ਹੋਣਾ ਹੈ, ਇਹ ਤੋਂ ਜਿਹੜਾ ਇਹ ਹਟਣਾ ਨਹੀਂਗਾ। ਉਹ ਇਹ ਵੀ ਗੱਲ ਨੂੰ ਜਾਣਦੇ ਸੀ ਕਿ ਸਿੱਖਾਂ ਦੇ ਉੱਤੇ ਜਿੱਧਰ ਆ ਫਿਜ਼ੀਕਲ ਟੌਰਚਰ ਉਧਰ ਮੈਂਟਲ ਟੌਰਚਰ ਵੀ ਆਵੇਗਾ। ਉਹ ਇੱਕ ਦੂਰ ਅੰਦੇਸ਼ੀ ਸੀ।
ਉਹ ਵੀ ਇੱਕ ਸੰਤ ਸਿਪਾਹੀ ਹੀ ਸੀ ਜੀ ਜੀ ਠੀਕ ਹੈ। ਤੇ ਇੱਕ ਸਮਾਂ ਐਸਾ ਆਉਂਦਾ ਏ, ਇੱਕ ਹੋਰ ਗੱਲ ਮੈਂ ਜਿਸ ਭਾਈ ਅਮਰੀਕ ਸਿੰਘ ਜੀ ਦੇ ਕਰਤਾਰ ਬਾਰੇ ਕਹਿ ਦਵਾਂ। ਭਾਈ ਅਮਰੀਕ ਸਿੰਘ ਦੀ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਸੀ ਜੀ ਕਿ ਜਦੋਂ ਉਹਨਾਂ ਨੇ ਲਹਿਰ ਚਲਾਈ ਹੈ ਸਿੱਖੀ ਦੀ, ਜੀ ਪੀਲੀ ਦਾ ਗੱਲ ਉਹਨਾਂ ਨੇ ਲੋੜ ਮਹਿਸੂਸ ਕੀਤੀ, ਉਹਨਾਂ ਨੇ ਕਾਲਜਾਂ ਸਕੂਲਾਂ ਦੇ ਵਿੱਚੋਂ ਲਹਿਰ ਚਲਾਈ। ਇੰਨੀ ਪ੍ਰਭਾਵਸ਼ਾਲੀ ਸ਼ਖਸੀਅਤ ਸੀ, ਇੱਕ ਟ੍ਰੈਂਡ ਚੱਲ ਪਿਆ ਸੀਗਾ ਉਸ ਵੇਲੇ ਦੇ ਨੌਜਵਾਨਾਂ ਦੇ ਵਿੱਚ ਕਿ ਸਜਾਉਣੀ ਹੈ ਤੇ ਸਿਰ ਤੇ ਦਸਤਾਰ ਸਜਾਉਣੀ ਹੈ ਜੀ ਤੇ ਚਿਹਰੇ ਮੂਹਰੇ ਤੇ ਦਾੜੀ ਕੇਸ ਰੱਖਣੇ ਆ ਤੇ ਪ੍ਰਕਾਸ਼ ਦਾੜਾ ਰੱਖਣਾ ਹੈ। ਇਹ ਮੂਵਮੈਂਟ ਜਿਹੜੀ ਹੈ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਦੋਂ ਪ੍ਰਧਾਨ ਬਣੇ 1978 2 ਜੁਲਾਈ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੇ ਮੂਵਮੈਂਟ ਚਲਾਈ। ਇੰਨੀ ਪ੍ਰਭਾਵਸ਼ਾਲੀ ਸ਼ਖਸੀਅਤ ਸੀ ਕਿਉਂਕਿ ਉਹਨਾਂ ਦਾ ਇੱਕ ਸੁਭਾਅ ਸੀਗਾ ਕਿ ਲੀਡ ਬਾਈ ਐਗਜ਼ਾਮਪਲ, ਕਿ ਜੇ ਨੌਜਵਾਨਾਂ ਨੂੰ ਸੇਧ ਦੇਣੀ ਹੈ ਤੇ ਗੱਲਾਂ ਤੋਂ ਨਹੀਂ, ਕਰਮ ਤੇ ਕਿਰਦਾਰ ਤੋਂ ਸੇਧ ਦੇਣੀ ਹੈ, ਗੱਲਾਂ ਤੇ ਭੇਖ ਤੋਂ ਨਹੀਂ। ਲੀਡ ਬਾਈ ਐਗਜ਼ਾਮਪਲ। ਜਿੰਨਾ ਉਹਨਾਂ ਦਾ ਉੱਚਾ ਆਪਣਾ ਜੀਵਨ ਸੀ, ਉਹਨਾਂ ਹੀ ਉੱਚਾ ਜੀਵਨ ਉਹਨਾਂ ਨੇ ਨੌਜਵਾਨਾਂ ਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਤੇ ਬਾਅਦ ਚੋਂ ਮਿਲਾਉਂਦੇ ਕਿਹਦੇ ਨਾਲ ਸਨ? ਸੰਤ ਬਾਬਾ ਜਰਨੈਲ ਸਿੰਘ ਖਾਲਸਾ। ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰ ਲਓ ਤੇ ਕਹਿੰਦੇ ਸੀ ਸੰਤਾਂ ਦੇ ਹੀ ਹੋ ਕੇ ਜਿਹੜੇ ਰਹਿ ਜਾਂਦੇ ਸੀ। ਪਰ ਰੈਜ਼ਿਸਟੈਂਸ ਜਦੋਂ ਨੌਜਵਾਨਾਂ ਚੋਂ ਸ਼ੁਰੂ ਕਰਨੀ ਸੀ ਤੇ ਕਾਲਜਾਂ ਦੇ ਵਿੱਚੋਂ ਅਮਰਸ਼ੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਨੇ ਕੀਤੀ। ਇੱਕ ਚੀਜ਼ ਉਹ ਪਹਿਚਾਣਦੇ ਸਨ ਜਿਹੜੀ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਵੀ, ਕਿਉਂਕਿ ਉਹਨਾਂ ਦਾ ਜੋ ਐਫਰਟ ਸੀ ਉਹ ਟਾਈਮਲੈਸ ਸੀ ਜੀ, ਟਾਈਮਲੈਸ ਸੀ। ਉਹਨਾਂ ਦਾ ਇੱਕ ਜਿਹੜਾ ਸੁਭਾਅ ਸੀ, ਜੋ ਇੱਕ ਉਹਨਾਂ ਦੀ ਖਾਸੀਅਤ ਸੀ ਅਮਰਸ਼ੀਤ ਭਾਈ ਅਮਰੀਕ ਸਿੰਘ ਦੀ, ਉਹ ਇਹ ਸੀ ਜਿਹਦੀ ਅੱਜ ਵੀ ਬਹੁਤ ਜ਼ਿਆਦਾ ਲੋੜ ਹੈ ਕਿ ਉਹ ਟਾਈਮ ਰੈਲੀਵੈਂਟ ਸੰਘਰਸ਼ ਕਰਨਾ ਜਾਣਦੇ ਸਨ ਜੀ, ਕਿ ਸਮੇਂ ਮੁਤਾਬਕ ਜੋ ਸੰਘਰਸ਼ ਹੈ ਉਹ ਕਰਨਾ। ਟਾਈਮ ਇਰਰੈਲੇਵੈਂਟ ਸੰਘਰਸ਼ ਕਰੋ, ਮੂਵਮੈਂਟਾਂ ਫੇਲ ਹੋ ਜਾਂਦੀਆਂ ਨੇ। ਬਿਲਕੁਲ। ਪਰ ਟਾਈਮ ਰੈਲੇਵੈਂਟ ਸੰਘਰਸ਼ ਜੋ ਉਹਨਾਂ ਨੂੰ ਉਸ ਵੇਲੇ ਲੋੜ ਮਹਿਸੂਸ ਹੋਈ, ਉਹਨਾਂ ਨੇ ਇੱਕ ਮੂਵਮੈਂਟ ਖੜੀ ਕੀਤੀ। ਫਿਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਜਦੋਂ ਇਹ ਸਿਖਰਾਂ ਤੇ ਮੋਰਚਾ ਚੱਲ ਜਾਂਦਾ ਆ, ਪਹਿਲਾਂ ਮੈਂ ਇਹ ਵੀ ਬੇਨਤੀ ਕਰਦਾ, 19 ਜੁਲਾਈ 1982 ਨੂੰ ਜਦੋਂ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫਤਾਰੀ ਹੁੰਦੀ ਹੈ, ਸੰਤਾਂ ਦੇ ਵਿੱਚ ਰੋਹ ਇੰਨਾ ਜ਼ਿਆਦਾ ਜਾਗਦਾ ਹੈ ਕਿ ਉਹ ਜਿਹੜਾ ਇਹ ਮੋਰਚਾ ਕਹਿ ਲਓ, ਇੱਕ ਵਾਰੀ ਆਗਾਜ਼ ਜਿਹੜਾ ਮੋਰਚੇ ਦਾ ਉਹ ਭਾਈ ਅਮਰੀਕ ਸਿੰਘ ਜੀ ਦੀ ਜਿਹੜੀ ਆ ਗ੍ਰਿਫਤਾਰੀ ਤੋਂ ਹੋਇਆ ਸੀ। ਬਿਲਕੁਲ। ਤੇ ਇੱਕ ਸਮਾਂ ਐਸਾ ਵੀ ਆ ਗਿਆ ਸੀ ਕਿ ਟਾਈਮਜ਼ ਆਫ ਇੰਡੀਆ ਨੇ 1900 ਮੇਰੇ ਖਿਆਲ ਅਰਲੀ 1980s ਦੇ ਵਿੱਚ ਇੱਕ ਆਰਟੀਕਲ ਛਾਪਿਆ ਸੀਗਾ, ਮੈਨੂੰ ਸਹੀ ਉਹਦੀ ਜਿਹੜਾ ਸਾਲ ਜਾਂ ਡੇਟ ਨਹੀਂ ਮੈਨੂੰ ਮਾਲੂਮ ਹੈਗੀ। ਉਹਦੇ ਵਿੱਚ ਧਰਮ ਯੁੱਧ ਮੋਰਚੇ ਦੇ ਸੰਬੰਧ ਦੇ ਵਿੱਚ ਉਹ ਆਰਟੀਕਲ ਸੀ, ਉਹਦੇ ਵਿੱਚ ਲਿਖਿਆ ਹੋਇਆ ਸੀ, ਤੇ ਇਹ ਮੇਰੇ ਸ਼ਬਦ ਨਹੀਂ, ਉਹ ਆਰਟੀਕਲ ਦੇ ਆ, ਉਸ ਐਡੀਟਰ ਦੇ ਆ ਜਾਂ ਉਸ ਲਿਖਾਰੀ ਦੇ ਆ, ਕਿ ਭਾਈ ਅਮਰੀਕ ਸਿੰਘ ਮੋਰ ਡੇਂਜਰਸ ਦੈਨ ਸੰਤ ਭਿੰਡਰਾਂਵਾਲਾ। ਹੁਣ ਇਹਦੇ ਪਿੱਛੇ ਕੀ ਕਨਸੈਪਟ ਸੀ ਕਿ ਅਸੀਂ ਨੌਜਵਾਨਾਂ ਨੂੰ ਮੁੱਢ ਤੋਂ ਹੀ ਕਿਰਾਏ ਪਾਉਣਾ ਚਾਹੁੰਦੇ ਹਾਂ, ਕਿਉਂਕਿ ਨੌਜਵਾਨ ਜਿਹੜੇ ਹੁੰਦੇ ਨੇ, ਬੱਚਾ ਇੱਕ ਖਾਲੀ ਸਲੇਟ ਆ, ਉਹ ਨੌਜਵਾਨੀ 'ਚ ਜਾਏਗਾ, ਜੋ ਅਸੀਂ ਉਹਨੂੰ ਦੇਵਾਂਗੇ ਉਹੀ ਬਿਲਡਅਪ ਹੁੰਦਾ ਰਹੇਗਾ। ਪਰ ਇੱਕ ਭਾਈ ਅਮਰੀਕ ਸਿੰਘ ਹੈ ਜਿਹੜਾ ਸਕੂਲਾਂ 'ਚ ਜਾ ਕੇ, ਕਾਲਜਾਂ 'ਚ ਜਾ ਕੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਆਈਡੀਓਲੋਜੀ ਦੀ ਜੋਤ ਜਿਹੜੀ ਹੈ ਉਹ ਨੌਜਵਾਨਾਂ ਦੇ ਵਿੱਚ ਜਗਾਉਂਦਾ ਪਿਆ। ਦਿਸ ਨੀਡਸ ਟੂ ਬੀ ਸਨਬਡ। ਬਿਲਕੁਲ। ਕਿ ਇਹ ਨੌਜਵਾਨਾਂ ਨੂੰ ਸੰਤ ਜਰਨੈਲ ਸਿੰਘ ਦੇ ਨਾਲ ਜਾ ਕੇ ਉਹਨਾਂ ਦੀ ਸੰਗਤ ਕਰਵਾ ਰਿਹਾ ਏ ਤੇ ਮੂਵਮੈਂਟ ਇੱਕ ਵਿਸ਼ਾਲ ਰੂਪ ਲੈ ਜਾਏਗੀ ਜੇ ਇਹਨੂੰ ਸਨਬ ਨਾ ਕਰ ਦਿੱਤਾ ਗਿਆ। ਅੱਜ ਤੁਸੀਂ ਵੇਖ ਲਓ ਕਿ ਭਾਈ ਅਮਰੀਕ ਸਿੰਘ ਦੀ 6 ਸਾਲ ਦੀ ਪ੍ਰੈਜ਼ੀਡੈਂਸੀ ਰਹੀ ਹੈ ਜੀ, 5-6 ਕਾਨਫਰੰਸਾਂ ਹੋਈਆਂ ਨੇ। ਜਿਹੜੀ ਆਪਾਂ ਭਾਈ ਭਰਪੂਰ ਸਿੰਘ ਬਲਬੀਰ ਦੀ ਸਪੀਚ ਸੁਣਦੇ ਆ, ਉਧਰ ਵੀ ਫੈਡਰੇਸ਼ਨ ਦਾ ਬੋਰਡ ਲੱਗਿਆ ਹੋਇਆ ਹੈ, ਉਹ ਫੈਡਰੇਸ਼ਨ ਦੀ ਕਾਨਫਰੰਸ ਹੈ ਜੀ। ਉਧਰੋਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਮਰਦੇ ਮੁਜਾਹਿਦ, ਉਹ ਵੀ ਸੰਗਤਾਂ ਨੂੰ ਸੰਬੋਧਨ ਕਰਦੇ ਨੇ। ਪਰ ਭਾਈ ਅਮਰੀਕ ਸਿੰਘ ਦੀ ਕੋਈ ਐਸੀ ਸਪੀਚ ਨਹੀਂ ਜਿਹੜੀ ਸਾਨੂੰ ਮਿਲ ਜਾਏ। 4-5 ਸਪੀਚਾਂ ਕਹਿਣ ਤੋਂ ਭਾਵ 4-5 ਵੀਡੀਓਜ਼ ਪਈਆਂ ਨੇ, ਉਹ ਇੱਕੋ ਕਥਾ ਦੀਆਂ ਨੇ, ਉਹਨਾਂ ਦੀ ਕੋਈ ਸਪੀਚ ਨਹੀਂ, ਕਿਉਂਕਿ ਇੰਨਾ ਪ੍ਰਭਾਵਸ਼ਾਲੀ, ਇੰਨਾ ਉਹਨਾਂ ਦਾ ਇੱਕ ਤਰੀਕਾ ਸੀ ਨੌਜਵਾਨਾਂ ਨੂੰ ਗੁਰੂ ਦੇ ਲੜ ਲਾਉਣ ਦਾ। ਤੇ ਇੰਨੀਆਂ ਸਰਕਾਰਾਂ ਉਹਨਾਂ ਕੋਲੋਂ ਡਰਦੀਆਂ ਸਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਕੋਲੋਂ, ਕਿ ਫੈਡਰੇਸ਼ਨ ਦਾ ਲੋਗੋ ਤੱਕ ਪ੍ਰਾਪਤ ਕਰਨ ਦੇ ਲਈ ਮੈਨੂੰ ਬਹੁਤ ਜਦੋਜਹਿਦ ਕਰਨੀ ਪਈ। ਲੋਗੋ ਵੀ ਖਤਮ ਕਰ ਦਿੱਤਾ ਸੀ ਤੇ ਭਾਈ ਅਮਰੀਕ ਸਿੰਘ ਦੀ ਜਿੰਨੀ ਫੁਟੇਜ ਸੀਗੀ ਜੀ, ਉਹ ਅੱਜ ਆਪਾਂ ਨੂੰ ਇੰਟਰਨੈਟ ਤੇ ਲੱਭਦੀ ਨਹੀਂ, ਉਹਨਾਂ ਨੇ ਡਿਲੀਟ ਕਰਵਾਈ ਹੈ ਜੀ ਜੀ। ਕਿਉਂਕਿ ਉਹਨਾਂ ਦੇ ਬੋਲਾਂ ਦੇ ਵਿੱਚ ਵੀ ਜੇ ਆਪਾਂ ਇਨ ਰੈਟਰੋਸਪੈਕਟ ਵੇਖੀਏ, ਉਹ ਸਾਡਾ ਇਤਿਹਾਸ ਆ ਜੋ ਬੋਲ ਕੇ ਗਏ ਨੇ। ਕਿਵੇਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜੀ, ਕਿਵੇਂ ਉਹ ਦੀਵੇ ਜਿਹੜੇ ਬੁਝੇ ਹੋਏ ਦੀਵੇ ਉਹ ਜ਼ਮੀਰ ਦੇ ਬਲਦੇ ਦੀਵਿਆਂ ਦੇ ਵਿੱਚ ਕਨਵਰਟ ਕੀਤੇ ਭਾਈ ਅਮਰੀਕ ਸਿੰਘ ਨੇ। ਉਹ ਕਿਵੇਂ ਕੀਤੇ, ਨਹੀਂ ਸੀ ਸਰਕਾਰਾਂ ਚਾਹੁੰਦੀਆਂ, ਸਾਰਾ ਡਿਲੀਟ ਕਰਵਾਇਆ ਜੀ। ਤੁਸੀਂ ਅੱਜ ਫਿਰ ਉਸੇ ਹੀ ਜਗ੍ਹਾ ਦੇ ਉੱਤੇ ਸੇਵਾਵਾਂ ਜਿਹੜੀਆਂ ਨਿਭਾ ਰਹੇ ਹੋ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਦੇ ਤੌਰ ਦੇ ਉੱਤੇ। ਮੌਜੂਦਾ ਦੌਰ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਕਿਵੇਂ ਦੇਖ ਰਹੇ ਹੋ, ਜਾਂ ਤੁਸੀਂ ਜਾ ਕੇ ਜਦੋਂ ਮਿਲਦੇ ਹੋ ਸਕੂਲਾਂ ਦੇ ਵਿੱਚ, ਕਾਲਜਸ ਦੇ ਵਿੱਚ, ਤਾਂ ਕੀ ਨੌਜਵਾਨਾਂ ਦਾ ਸਵਾਲ ਹੁੰਦੇ ਨੇ? ਜਾਂ ਅੱਜ ਕੱਲ੍ਹ ਜਿਵੇਂ ਇੱਕ ਦੌੜ ਲੱਗੀ ਹੋਈ ਆ ਕਿ 12 ਕੀਤੀਆਂ ਤੇ ਵਿਦੇਸ਼ ਵੱਲ ਨੂੰ ਜਿਹੜਾ ਆ ਉਹ, ਧਰਮ ਦੀ ਗੱਲ ਕਰੀਏ ਤਾਂ ਅਸੀਂ ਆਪਣੀਆਂ ਇਛਾਵਾਂ ਨੂੰ ਲੈ ਕੇ ਤਾਂ ਜ਼ਰੂਰ ਗੁਰੂ ਘਰ ਮੱਥਾ ਟੇਕਣ ਜਾਂਦੇ ਹਾਂ,
ਪਰ ਕੌਮੀ ਤੌਰ ਦੇ ਉੱਤੇ ਜੋ ਜਜ਼ਬਾ ਉਸ ਵੇਲੇ ਸੀਗਾ ਉਹ ਕਿਤੇ ਨਜ਼ਰ ਆਉਂਦਾ ਅੱਜ ਵੀ ਤੁਹਾਨੂੰ ਕਿ ਮੈਂ ਜੇ ਤੁਹਾਡਾ ਸਵਾਲ ਥੋੜਾ ਜਿਹਾ ਪੋਸਟਪੋਨ ਕਰਾਂ, ਮੈਂ 84 ਦਾ ਸਮਾਂ ਤੇ ਥੋੜਾ ਜਿਹਾ 84 ਤੋਂ ਬਾਅਦ ਦਾ ਐਨਾਲਿਸਿਸ ਤੁਹਾਡੇ ਸਾਹਮਣੇ ਜੇ ਤੁਹਾਡੀ ਇਜਾਜ਼ਤ ਹੋ। ਬਿਲਕੁਲ। ਵੇਖੋ 1984 ਦੇ ਵਿੱਚ ਜਦੋਂ ਸਿੱਖਾਂ ਨੇ ਸਿਰ ਚੁੱਕਣੇ ਸ਼ੁਰੂ ਕੀਤੇ ਨੇ, ਪ੍ਰੀ ਡੇਟਿੰਗ 1984, ਜਦੋਂ ਪਹਿਲਾਂ ਉਹਦਾ ਥੋੜਾ ਪੀਰੀਅਡ ਆਉਂਦਾ 4-5 ਸਾਲ ਦਾ, ਤੇ ਕੁਝ ਮੂਵਮੈਂਟਸ ਐਸੀਆਂ ਚੱਲਦੀਆਂ ਨੇ ਜਿਹਦੇ ਵਿੱਚ ਸਿੱਖਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਹ ਭਾਵੇਂ ਗਲਤ ਬਿਆਨਬਾਜ਼ੀ ਹੋਏ, ਗਲਤ ਹਰਕਤਾਂ ਹੋਣ, ਉਹ ਸਿੱਖ ਰੂਪ ਦੇ ਵਿੱਚ ਕਈ ਸ਼ਖਸ ਨੂੰ ਘੱਲ ਕੇ, ਲੋਕਾਂ ਨੂੰ ਘੱਲ ਕੇ ਉਹ ਕਰਾਈਆਂ ਜਾਂਦੀਆਂ ਨੇ। ਤੇ ਲੋਕਲ ਇੱਕ ਜੇ ਆਪਾਂ ਗੱਲ ਕਰੀਏ, ਲੋਕਲ ਟੂ ਇੰਡੀਆ ਇੱਕ ਨੈਰੇਟਿਵ ਜਨਰੇਟ ਕਰ ਦਿੱਤਾ ਜਾਂਦਾ ਏ ਕਿ ਸੰਤ ਜਰਨੈਲ ਸਿੰਘ ਇਜ਼ ਅ ਟੈਰਰਿਸਟ, ਭਾਈ ਅਮਰੀਕ ਸਿੰਘ ਇਜ਼ ਅ ਟੈਰਰਿਸਟ। ਇਹਦੇ ਚੱਲਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ 6-7 ਮਹੀਨੇ ਲਈ ਬੈਨ ਵੀ ਰਹਿੰਦੀ ਆ। ਜੂਨ 84 ਤੋਂ ਪਹਿਲਾਂ 6-7 ਮਹੀਨੇ ਇਹ ਬੈਨ ਵੀ ਰਹਿੰਦੀ ਆ, ਕਾਫੀ ਸਮਾਂ ਬੈਨ ਰਹਿੰਦੀ ਆ। ਛਵੀ ਨੂੰ ਖਰਾਬ ਕਰਨਾ ਇਹ ਹੁਕਮਰਾਨ ਦਾ ਸਮੇਂ-ਸਮੇਂ ਦਾ ਸੁਭਾਅ ਆ। ਜੇ ਆਪਾਂ ਗੱਲ ਪਹਿਲੇ ਖਾਲਸਾ ਰਾਜ ਦੀ ਕਰ ਲਈਏ, ਬਾਬਾ ਬੰਦਾ ਸਿੰਘ ਬਹਾਦਰ, ਉਦੋਂ ਦੇ ਹੁਕਮਰਾਨ ਨੇ ਵੀ ਇਹੀ ਪਰਚਾਇਆ ਸੀ ਕਿ ਬਾਬਾ ਬੰਦਾ ਸਿੰਘ ਇੱਕ ਅੱਤਵਾਦੀ ਹੈ, ਇਹਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ, ਇਹ ਤੁਹਾਡੇ ਘਰੇ ਆਣ ਕੇ ਤੁਹਾਨੂੰ ਲੁੱਟ ਕੇ ਜਾਵੇਗਾ। ਇਹ ਵੀ ਇੱਕ ਲੋਕਲ ਜਿਹੜਾ ਨੈਰੇਟਿਵ ਜਿਹੜਾ ਸਿਰਜਿਆ ਗਿਆ ਸੀ, ਸਰਕਾਰ ਦੇ ਬਾਗੀ ਆ। ਯੈਸ, ਬਿਲਕੁਲ ਬਿਲਕੁਲ। ਸੋ ਵੇਖੋ ਉਦੋਂ ਦਾ ਕੋਈ ਵੀ ਆਪਾਂ ਕਹਿ ਲਓ ਹਿੰਦੂ ਵੀਰ ਲੈ ਲਈਏ, ਸੁਬਰਾਮਨੀਅਮ ਸਵਾਮੀ ਸਭ ਤੋਂ ਪ੍ਰਾਈਮ ਐਗਜ਼ਾਮਪਲ ਸਾਡੇ ਕੋਲ, ਉਹਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਕਿ ਦੱਸੋ ਬਈ ਸੰਤ ਜਰਨੈਲ ਸਿੰਘ ਟੈਰਰਿਸਟ ਸੀ ਕਿ ਨਹੀਂ ਸੀ, ਤੇ ਉਹ ਕਹਿੰਦਾ ਕਾਹਦਾ ਟੈਰਰਿਸਟ ਸੀ। ਜਿੱਧਰ ਤੁਸੀਂ ਕਹਿੰਦੇ ਹੋ ਕਿ ਇੱਧਰ ਅੱਤਵਾਦ ਹੁੰਦਾ ਸੀ, ਉਹਨਾਂ ਮੈਂ ਕਮਰਿਆਂ 'ਚ ਜਾ ਕੇ ਵੇਖਿਆ, ਮੈਂ ਸੰਤ ਜੀ ਦੇ ਲਾਗੇ ਜਾ ਕੇ ਵੇਖਿਆ, ਇੱਧਰ ਤੱਕ ਕਿ ਹਿੰਦੂ ਧੀਆਂ ਭੈਣਾਂ ਦੇ ਜਿਹੜੇ ਸਹੁਰੇ ਪਰਿਵਾਰ ਜਿਹੜੇ ਉਹਨਾਂ ਤੋਂ ਦਾਜ ਮੰਗਦੇ ਸਨ, ਉਹਨਾਂ ਦੇ ਨਾਲ ਉਹਨਾਂ ਦੇ ਮਸਲੇ ਹੱਲ ਕਰਵਾ ਕੇ ਤੇ ਉਹਨਾਂ ਨੂੰ ਬਾਇਜ਼ਤ ਉਹਨਾਂ ਦੇ ਘਰੇ ਜਿਹੜਾ ਹੈ ਪਹੁੰਚਾਉਣ ਦਾ ਜਿਹੜਾ ਕਾਰਜ ਸੰਤ ਜਰਨੈਲ ਸਿੰਘ ਕਰਿਆ ਕਰਦੇ ਸਨ। ਸੋ ਜਿਹੜਾ ਇਹ ਨੈਰੇਟਿਵ ਸਿਰਜਿਆ ਗਿਆ ਸੀ ਬਾਏ ਇੰਦਰਾ ਗਾਂਧੀ, ਇੱਕ ਫਾਲਸ ਨੈਰੇਟਿਵ ਸੀ। ਉਦੋਂ ਦਾ ਕੋਈ ਵੀ ਸ਼ਖਸ ਐਸਾ ਨਹੀਂ ਹੈ ਜਿਹੜਾ ਉਹਨਾਂ ਨੂੰ ਅੱਤਵਾਦੀ ਕਹੇਗਾ, ਪਰ ਅੱਜ ਜੇ ਤੁਸੀਂ ਯੂਥ ਨੂੰ ਪੁੱਛ ਕੇ ਵੇਖ ਲਓਗੇ ਜਿਹੜੇ ਗੈਰ ਸਿੱਖ ਨੇ, ਤੇ ਕਈ ਸਿੱਖ ਵੀ ਨੇ ਜਿਹੜੇ ਇਸ ਇਨਫਲੂਐਂਸ ਦੇ ਅਧੀਨ ਆ ਗਏ ਨੇ, ਤੇ ਉਹ ਕਹਿੰਦੇ ਨੇ ਜੀ ਸੰਤ ਜਰਨੈਲ ਸਿੰਘ ਟੈਰਰਿਸਟ ਸੀਗਾ, ਅੱਤਵਾਦੀ ਸੀਗਾ। ਸੋ ਇੱਕ ਨੈਰੇਟਿਵ ਆ, ਸੱਚ ਤੇ ਝੂਠ ਦੇ ਵਿੱਚ ਜਿਹੜਾ ਹੈ ਉਹ ਅੰਤਰ ਹੁੰਦਾ। ਮੈਂ ਜਿਹੜੀ ਥੋੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਜੀ ਕਹਿਣ ਤੋਂ ਭਾਵ ਕਿ ਜਿਹੜਾ ਵੀ ਆਪਣੀਆਂ ਮੰਗਾਂ ਜਿਹੜੀਆਂ ਆ ਉਹ ਰੱਖੇਗਾ ਅੱਗੇ ਸਰਕਾਰ ਦੇ, ਤਾਂ ਸਰਕਾਰ ਦੇ ਭਾਅ ਦਾ ਉਹ ਅੱਤਵਾਦੀ ਹੈ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਬ੍ਰਿਟਿਸ਼ ਕੋਲੋਨਾਈਜ਼ਰਸ ਨੇ ਵੀ ਉਹਨਾਂ ਦੇ ਵਿਰੁੱਧ ਉਹਨਾਂ ਨੂੰ ਵੂਮਨਾਈਜ਼ਰ, ਐਲਕੋਹਲਿਸਟ, ਹਲੇ ਕਿ ਖਾਲਸਾ ਰਾਜ ਦੇ ਵਿੱਚ ਕੋਈ ਦੰਗਾ ਨਹੀਂ, ਕੋਈ ਜੇਲ੍ਹ ਨਹੀਂ, ਕੋਈ ਫਸਾਦ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਸਭ ਸੁਖਾਲੀ ਬੁੱਟੀਆਂ ਇਹੋ ਹੁਆ ਹਲੇਮੀ ਰਾਜ ਜੀ। ਮੈਂ ਫਿਰ ਬੇਨਤੀ ਕਰ ਦਿੰਦਾ, ਤੇ ਇਸੇ ਹਿਸਾਬ ਦੇ ਨਾਲ ਉਹਨਾਂ ਨੂੰ ਡੀਫੇਮ ਕੀਤਾ ਗਿਆ। 84 ਦਾ ਸੰਘਰਸ਼ ਹੁੰਦਾ ਏ, ਹੁਣ ਕਰਮੀ ਯੋਧੇ ਨੇ, ਗੁਰਬਾਣੀ ਦੇ ਹੀ ਬਣੇ ਹੋਏ ਨੇ, ਜਿਹੜੇ ਆਪਾਂ ਯੋਧਿਆਂ ਦੀ ਗੱਲ ਕਰਦੇ, 200-250 ਸਿੰਘ ਸੀ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਅਮਰ ਸ਼ਹੀਦ, ਮਹਾਨ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਤੇ ਜਨਰਲ ਸ਼ੁਬੇਗ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਤੇ ਹੋਰ ਜਿਹੜੇ ਸ਼ਹੀਦ ਨੇ ਸਿਰ ਝੁਕਦਾ ਉਹਨਾਂ ਨੂੰ। ਤੇ ਉਹਨਾਂ ਨੇ ਇਤਿਹਾਸ ਨੂੰ ਰੀਨਿਊ ਕਰ ਦਿੱਤਾ। ਸਾਡੇ ਸਾਹਮਣੇ ਅੱਜ ਬਹੁਤ ਵੱਡਾ ਇੱਕ ਇਤਿਹਾਸ ਆ। ਉਹਦੇ ਪਿੱਛੇ ਕੀ ਫਿਲਾਸਫੀ ਸੀ ਕਿ ਜਦੋਂ ਮੌਕਿੰਗ ਚੱਲਦੀ ਹੁੰਦੀ ਸੀਗੀ ਪ੍ਰੀ 1984, ਕਈ ਸ਼ਖਸ ਐਸੇ ਕਹਿੰਦੇ ਹੁੰਦੇ ਸਨ ਕਿ ਹੁਣ ਸਿੱਖਾਂ 'ਚੋਂ ਗੱਲ ਨਹੀਂ ਰਹਿ ਗਈ, ਸੀਸ ਤੇ ਤਲੀ ਧਰ ਕੇ ਲੜ ਲੈਣ, ਪਰ ਉਹ ਇਤਿਹਾਸ ਨੂੰ ਰੀਨਿਊ ਕੀਤਾ ਤੇ ਉਹਨਾਂ ਯੋਧਿਆਂ ਨੇ ਕੀਤਾ। ਦਮਦਮੀ ਟਕਸਾਲ ਨੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੋਢੇ ਨਾਲ ਮੋਢਾ ਲਾ ਕੇ, ਤੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸ ਤੋਂ ਪਹਿਲਾਂ ਕਿ ਆਪਾਂ ਇਸ ਤੋਂ ਅੱਗੇ ਮੂਵ ਕਰੀਏ, ਇੱਕ ਮੈਂ ਲਾਸਟ ਬੇਨਤੀ 1984 ਦੇ ਸੰਦਰਭ ਦੇ ਵਿੱਚ 1-2 ਬੇਨਤੀਆਂ ਕਰਨੀਆਂ ਨੇ ਕਿ 5 ਤਰੀਕ ਨੂੰ ਅਖੀਰਲਾ ਸੰਦੇਸ਼ ਕੌਮ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਆਉਂਦਾ ਹੈ। ਉਹ ਸੰਦੇਸ਼ ਨੂੰ ਆਪਾਂ ਪੜ੍ਹੀਏ। ਉਹ ਕੀ ਹੈ ਕਿ ਇੰਟਰਨਲ ਟੈਲੀਫੋਨ ਚੱਲਦਾ ਸੀ, ਐਕਸਟਰਨਲ ਸਾਰੇ ਬੰਦ ਹੋ ਚੁੱਕੇ ਸਨ ਕਿਉਂਕਿ ਕੋਰਸ ਕੱਟ ਆਫ ਹੋ ਚੁੱਕਿਆ ਸੀਗਾ। ਤੇ ਇੰਟਰਨਲ ਟੈਲੀਫੋਨ ਤੋਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਪਿਤਾ ਜੀ, ਸਤਿਕਾਰਯੋਗ ਪਿਤਾ ਜੀ ਫੋਨ ਕਰਦੇ ਨੇ, ਕਿਉਂਕਿ ਪਤਾ ਲੱਗਦਾ ਕਿ ਭਾਈ ਅਮਰੀਕ ਸਿੰਘ ਦੇ ਫੱਟ ਲੱਗ ਚੁੱਕਿਆ। ਉਹ ਫੋਨ ਕਰਦੇ ਨੇ ਆਫਿਸ 'ਚ ਜਾ ਕੇ, ਉਹ ਫੋਨ ਕਰਦੇ ਨੇ ਤੇ ਅੱਗਿਓਂ ਸਿੱਧਾ ਫੋਨ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਚੁੱਕਦੇ ਨੇ। ਉਹ ਪਹਿਲਾਂ ਤਾਂ ਗੱਲ ਕਰਵਾ ਦਿੰਦੇ ਨੇ ਤੇ ਭਾਈ ਅਮਰੀਕ ਸਿੰਘ ਕਹਿੰਦੇ ਨਹੀਂ, ਚੜ੍ਹਦੀ ਕਲਾ ਹੈ, ਕਿਉਂਕਿ ਸਿੰਘ ਸਦਾ ਚੜ੍ਹਦੀ ਕਲਾ 'ਚ ਰਿਹਾ ਕਰਦੇ ਨੇ। ਉਸ ਤੋਂ ਬਾਅਦ ਸੰਤਾਂ ਦੇ ਕੋਲ ਵਾਪਸ ਫੋਨ ਆਉਂਦਾ ਹੈ ਤੇ ਬਚਨ ਹੁੰਦੇ ਨੇ ਕਿ ਪਿਤਾ ਜੀ ਬਚਨ ਕਰਦੇ ਨੇ ਕਿ ਆਪ ਜੀ ਦਾ ਕਿਹਾ ਜੋ ਬਚਨ ਸੀ ਉਹ ਪੂਰਾ ਹੋ ਗਿਆ ਹੈ। ਮਹਾਂਪੁਰਖ ਕਹਿੰਦੇ ਨੇ ਕਿਹੜਾ, ਕਿ ਕਹਿੰਦੇ ਕਿ ਆਪ ਜੀ ਫਰਮਾਇਆ ਕਰਦੇ ਸੋ ਕਿ ਲੱਖ ਬੰਦੇ ਦਾ ਘੇਰਾ ਪੈਣਾ ਹੈ। ਤੇ ਇਹ ਕਾਫੀ ਦੇਰ ਪਹਿਲਾਂ, ਕਾਫੀ ਮਹੀਨੇ ਪਹਿਲਾਂ ਦੀ ਗੱਲ ਹੈ, ਪਰ ਬ੍ਰਹਮ ਗਿਆਨੀ ਸਨ। ਸੋ ਉਹਨਾਂ ਨੇ ਪਹਿਲਾਂ ਹੀ ਇਹ ਸਭ ਕੁਝ ਦੱਸ ਦਿੱਤਾ ਸੀ। ਤੇ ਜਦੋਂ ਲੱਖ ਬੰਦੇ ਦਾ ਘੇਰਾ ਪਿਆ ਹੈ
ਤੇ ਅੱਗਿਓਂ ਸੰਤਾਂ ਨੇ ਮੁਸਕਰਾ ਕੇ ਇੱਕ ਗੱਲ ਕਹੀ ਹੈ ਉਹਨਾਂ ਦੇ ਆਵਾਜ਼ ਦੇ ਵਿੱਚ, ਜਦੋਂ ਸਮਝ ਆਉਂਦੀ ਹੈ, ਪਿਤਾ ਜੀ ਦੱਸਦੇ ਹੁੰਦੇ ਨੇ, ਜਿਹੜਾ ਆਖਰੀ ਸੰਦੇਸ਼ ਕੌਮ ਨੂੰ, ਨੌਜਵਾਨਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਦਾ ਆ ਸੀ ਕਿ ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰਬ ਦਿੱਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਚੈ। ਇਹ ਸੰਤ ਸਿਪਾਹੀ ਸੰਕਲਪ ਹੈ ਕਿ ਅੰਦਰ ਘਰ ਕੀਤਾ ਹੋਏ ਗੁਰੂ ਤੇ ਲੱਖ ਬਾਹਾਂ ਵੀ ਤੁਹਾਡਾ ਜਿਹੜਾ ਹੈ ਕੁਝ ਵਿਗਾੜ ਨਹੀਂ ਸਕਦੀਆਂ। ਜਦੋਂ 1984 ਦਾ ਹੋ ਜਾਂਦਾ, ਦੁਖਾਂਤ ਵਾਪਰ ਜਾਂਦਾ, ਘੱਲੂਘਾਰਾ ਹੁੰਦਾ ਹੈ, ਤੇ ਅੰਦਰ ਜਾ ਕੇ ਬਰਾੜ ਵੇਖਦਾ ਹੈ ਕਿ 8-9 ਹਜ਼ਾਰ ਸਾਡਾ ਜਿਹੜਾ ਹੈ ਜਵਾਨ ਸ਼ਹੀਦ ਕੀਤਾ ਹੈ। ਉਹਨੇ ਆਪਣੀ ਕਿਤਾਬ 'ਚ ਲਿਖਿਆ ਸਾਡਾ ਇੰਨਾ ਨੁਕਸਾਨ ਜਿਹੜਾ ਹੈ ਚੀਨ ਦੀ ਜੰਗ ਦੇ ਨਾਲ ਨਹੀਂ ਹੋਇਆ, ਪਾਕਿਸਤਾਨ ਦੀ ਜੰਗ ਨਾਲ ਨਹੀਂ ਹੋਇਆ, ਜਿੰਨਾ ਦਰਬਾਰ ਸਾਹਿਬ ਦੇ ਵਿੱਚ ਹੋਇਆ। ਅੰਦਰ ਜਾ ਕੇ ਵੇਖਦਾ 200-250 ਸਿੰਘ। ਹੁਣ ਇੰਨੀ ਕੀ ਕਹਿੰਦੇ ਆ ਨੁਕਸਾਨ ਨੂੰ ਜਸਟੀਫਾਈ ਕਿਵੇਂ ਕਰੇ ਕੇਐਸ ਬਰਾੜ ਕਿ ਆਰਡਰ ਹੁੰਦੀ ਹੈ ਕਿ ਜਿਹੜੇ ਇਨੋਸੈਂਟ ਸਿੱਖ ਨੇ, ਬੱਚੇ ਨੇ, ਬਜ਼ੁਰਗ ਨੇ, ਬੀਬੀਆਂ ਨੇ, ਉਹਨਾਂ ਦੀ ਕਿਲਿੰਗਸ ਹੁੰਦੀਆਂ ਨੇ। ਇਹ ਇਨ ਰੈਟਰੋਸਪੈਕਟ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ, 6 ਮਹੀਨੇ ਘੇਰਾ ਪਿਆ ਰਿਹਾ, ਤੇ ਜਦੋਂ ਗ੍ਰਿਫਤਾਰ ਕੀਤਾ ਤੇ ਮੇਰੇ ਖਿਆਲ 400-500 ਸਿੰਘ ਸੀ ਉਹਨਾਂ ਦੇ ਨਾਲ। ਤੇ ਜਦੋਂ ਉਸ ਚੀਜ਼ ਨੂੰ ਜਸਟੀਫਾਈ ਕਰਨਾ ਸੀਗਾ ਕਿ ਸ਼ਰਮਸਾਰ ਹੋ ਕੇ ਹੁਕਮਰਾਨ ਦੇ ਅੱਗੇ ਜਾਵਾਂਗੇ ਕਿ ਇੰਨੀ ਲੰਮੀ ਦੇਰ ਤੁਸੀਂ ਹਜ਼ਾਰਾਂ ਦੀ ਫੌਜ ਦੇ ਨਾਲ ਘੇਰਾ ਪਾ ਛੱਡੇ ਤੇ ਸਿੰਘ ਤੁਸੀਂ 400 ਲੈ ਕੇ ਆਏ 500, ਤੇ ਉਸ ਚੀਜ਼ ਨੂੰ ਜਸਟੀਫਾਈ ਕਰਨ ਲਈ ਵੀ ਬੀਬੀ, ਬਜ਼ੁਰਗ ਤੇ ਬੱਚਿਆਂ ਦੇ ਸਿਰ ਵੱਢ ਕੇ ਤੇ ਨੇਜਿਆਂ ਤੇ ਟੰਗ ਕੇ ਤੇ ਲੈ ਕੇ ਗਏ ਸਨ। ਉਹੀ ਜਿਹੜਾ ਰਵੱਈਆ ਏ 1984 ਦੇ ਵਿੱਚ ਇੰਦਰਾ ਗਾਂਧੀ ਜਿਹੜੀ ਕਾਇਰ, ਮੈਂ ਕਹਿੰਦਾ ਕਾਇਰ ਸੀ, ਸਾਡਾ ਜਰਨੈਲ ਜਿਹੜੇ ਆ, ਸਾਡੇ ਜਰਨੈਲ ਜਿਹੜੇ ਸਨ, ਉਹ ਮੈਦਾਨ ਦੇ ਵਿੱਚ ਹਿੱਕ ਡਾਹ ਕੇ ਆਪ ਲੜੇ ਆ, ਆਫਿਸ ਦੇ ਵਿੱਚ ਬਹਿ ਕੇ, ਤੇ ਬਗਾਨੇ ਪੁੱਤ ਨਹੀਂ ਉਹਨੇ ਮਰਵਾਏ। ਸਾਡਾ ਜਰਨੈਲ, ਉਹਨੂੰ ਆਇਰਨ ਲੇਡੀ ਕਹਿੰਦੇ ਆ, ਮੈਂ ਹਰ ਇੰਟਰਵਿਊ 'ਚ ਕਿਹਾ ਲਿਫਾਫਾ ਲੇਡੀ ਸੀ, ਆਇਰਨ ਸਾਡੇ ਜਰਨੈਲ ਸਨ, ਸਾਡੇ ਸ਼ੇਰ ਸਨ, ਕੌਮ ਦੇ ਸ਼ੇਰ ਸਨ, ਸਿਰ ਝੁਕਦਾ ਉਹਨਾਂ ਦੀ ਸ਼ਹੀਦੀ ਨੂੰ। ਤੇ 1984 ਦੇ ਵਿੱਚ ਇੰਜ ਜਸਟੀਫਾਈ ਕੀਤਾ ਗਿਆ ਕਾਇਰਤਾ ਦੇ ਨਾਲ, ਅਕਿਰਤ ਘਣਤਾ ਦੀ ਹੱਦਾਂ ਪਾਰ ਕਰ ਦਿੱਤੀਆਂ। ਪੋਸਟ 1984 2 ਆਪਰੇਸ਼ਨ ਕੀ ਕਹਿੰਦੇ ਆ ਬਲੈਕ ਥੰਡਰ ਹੁੰਦੇ ਆ, ਜਿਹੜਾ ਮੁਕਾਬਲਿਆਂ ਦਾ ਦੌਰ ਹੈ ਕਿ ਸਿੱਖ ਨੌਜਵਾਨ ਸਿਰ ਨਾ ਚੁੱਕ ਸਕਣ। 1 ਲੱਖ ਸਿੱਖ ਨੌਜਵਾਨ ਮਾਰਿਆ ਜਾਂਦਾ, ਜਿਹੜਾ ਮੁਕਾਬਲਿਆਂ ਦਾ ਦੌਰ ਆਪਰੇਸ਼ਨ ਵੁਡਰੋਸ ਸੀ। ਬਿਲਕੁਲ। ਸਿੱਖਾਂ ਨੂੰ ਡੀਫੇਮ ਕਰਨ ਦੇ ਲਈ ਇੱਕ ਕੰਪਨੀ ਬੰਬੇ ਤੋਂ ਹਾਇਰ ਕੀਤੀ ਜਾਂਦੀ ਆ, ਕਿਉਂਕਿ ਉਹਨਾਂ ਨੇ ਐਂਟੀ ਸਿੱਖ ਪ੍ਰਚਾਰ ਆਪਣਾ ਹੋਰ ਤੇਜ਼ ਕਰਨਾ ਸੀ, ਜਿਹੜਾ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਕਹਿ ਕੇ ਸ਼ੁਰੂ ਹੋ ਚੁੱਕਿਆ ਸੀਗਾ ਅਰਲੀ 1950s ਦੇ ਵਿੱਚ। ਉਹ ਸੀ ਆਪਰੇਸ਼ਨ ਰੀਡਿਫਿਊਜ਼ਨ, ਜਿਹੜੀ ਅੱਜ ਰੈਡਿਫ ਦੇ ਨਾਮ ਤੇ ਜਾਣੀ ਜਾਂਦੀ ਹੈ। ਉਹ ਕੰਪਨੀ ਨੂੰ ਸਿਰਫ ਲੋਕਲ ਇੰਡੀਆ ਤੱਕ ਨਹੀਂ, ਵਰਲਡ ਵਾਈਡ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਹਾਇਰ ਕੀਤਾ ਗਿਆ ਸੀ। ਸੋ ਸਿੱਖਾਂ ਦੀ ਛਵੀ, ਜਿਵੇਂ ਹੁਣ ਮੁਸਲਮਾਨਾਂ ਦੀ ਛਵੀ ਕਈ ਦੇਸ਼ਾਂ 'ਚ ਬਹੁਤ ਖਰਾਬ ਹੈ, ਤੇ ਸਿੱਖਾਂ ਦੀ ਛਵੀ ਨੂੰ ਉਸੇ ਤਰ੍ਹਾਂ ਖਰਾਬ ਕਰਨ ਦੇ ਲਈ ਇਸ ਕੰਪਨੀ ਨੂੰ ਹਾਇਰ ਕੀਤਾ ਗਿਆ ਸੀਗਾ। ਦੂਸਰੀ ਕਿ ਇਹ ਸਿੱਖ ਨੌਜਵਾਨ ਜਿਹੜੇ ਨੇ ਇਹ ਸਿਰ ਨਾ ਚੁੱਕਣ। ਸਿਰ ਉਦੋਂ ਚੁੱਕਦੇ ਜਦੋਂ ਗੁਰੂ ਨਾਲ ਇਹਨਾਂ ਦੀ ਲਿਵ ਲੱਗੀ ਹੁੰਦੀ ਹੈ, ਤੇ ਆਪਰੇਸ਼ਨ ਨਾਈਟ ਡੋਮੀਨੈਂਸ ਚਲਾਇਆ ਗਿਆ। ਹੁਣ ਉਸ ਆਪਰੇਸ਼ਨ ਦੇ ਅਧੀਨ ਕੀ ਸੀ ਕਿ ਸਾਡੀ ਮਾਨਸਿਕਤਾ ਤੇ ਸਭ ਤੋਂ ਵੱਡਾ ਜਿਹੜਾ ਹੈ ਵਾਰ ਹੋਇਆ। ਸਭ ਤੋਂ ਵੱਡਾ ਸਾਡਾ ਜਿਹੜਾ ਹੈ ਵਾਰ ਉਦੋਂ ਹੋਇਆ। ਉਹ ਕੀ ਹੈ ਕਿ ਸਾਨੂੰ ਗੁਰੂ ਨਾਲੋਂ ਹੀ ਤੋੜ ਦਿੱਤਾ ਗਿਆ। ਭਾਵੇਂ ਸਾਡੇ ਤੇ ਸਟੀਰੀਓਟਾਈਪਸ ਬਣਾਏ ਗਏ, ਗਾਣੇ ਜਿਹੜੇ ਆ ਉਹ ਗਲਤ ਸਾਡੇ ਤੇ ਪ੍ਰਭਾਵ ਪਾਇਆ ਗਿਆ, ਫਿਲਮਾਂ ਗਲਤ ਬਣਾਈਆਂ ਗਈਆਂ, ਸਾਰਾ ਕੁਝ। ਉਹ ਚੇਨ ਰਿਐਕਸ਼ਨ ਇੰਨਾ ਵੱਡਾ ਸੀ ਕਿ ਅੱਜ ਤੱਕ ਜਿਹੜਾ ਇਹ ਕੈਰੀ ਫਾਰਵਰਡ ਕਰਦਾ ਪਿਆ। ਸਾਨੂੰ ਅੱਜ ਪਹਿਚਾਣ ਹੀ ਹੈ ਨਹੀਂ ਕਿ ਅਸੀਂ ਲੀਡਰ ਕਿਹਨੂੰ ਮੰਨਣਾ ਹੈ। ਜੇ ਆਪਾਂ ਆਪਣੇ ਆਦਰਸ਼ ਮੰਨਣੇ ਨੇ, ਕੋਈ ਕਰਮੀ ਯੋਧੇ ਹੋਣੇ ਚਾਹੀਦੇ ਨੇ, ਉਹ ਕੋਈ ਵੱਡੇ ਕਿਰਦਾਰਾਂ ਵਾਲੇ ਹੋਣੇ ਚਾਹੀਦੇ ਨੇ। ਜਿਵੇਂ ਤੁਸੀਂ ਹੁਣ ਇੱਕ ਗੱਲ ਕਹੀ ਸੀ ਕਿ ਨੌਜਵਾਨ ਜਿਹੜੇ ਨੇ ਉਹ ਗੁਰੂ ਮਹਾਰਾਜ ਤੋਂ ਬਰਕਤਾਂ ਮੰਗਦੇ ਨੇ, ਬਿਲਕੁਲ ਸਹੀ ਹੈ। ਪਰ ਤਰਾਸਦੀ ਇਸ ਗੱਲ ਦੀ ਹੈ ਕਿ ਬਰਕਤਾਂ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਤੋਂ ਮੰਗਦੇ ਆਂ, ਪਰ ਗੱਲ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਨਹੀਂ। ਗੱਲਾਂ ਆਪਾਂ ਕਿਹਨਾਂ ਦੀ ਮੰਨਦੇ ਆਪਾਂ? ਕਲਾਕਾਰਾਂ ਦੀ ਗੱਲਾਂ ਮੰਨਦੇ ਹਾਂ। ਉਹਨਾਂ ਨੇ ਕੇਸ ਕਤਲ ਕਰਾਏ, ਅਸੀਂ ਵੀ ਕਤਲ ਕਰਾਏ। ਉਹਨਾਂ ਨੇ ਧੀਆਂ ਭੈਣਾਂ ਤੇ ਗਾਣੇ ਕੱਢਤੇ, ਅਸੀਂ ਉਹ ਕੌਮ ਹੈ ਜਿਨ੍ਹਾਂ ਨੇ ਧੀਆਂ ਭੈਣਾਂ ਦੀ ਰੱਖਿਆ ਕੀਤੀ ਆ। ਤੇ ਉਹਨਾਂ ਨੇ ਗੀਤ ਕੱਢਤੇ, ਅਸੀਂ ਉਹੀ ਜਿਹੜਾ ਵਤੀਰਾ ਆਪਣੇ ਉੱਤੇ ਜਿਹੜਾ ਆ ਉਹ ਅਜਮਾ ਲਿਆ। ਉਹਨਾਂ ਨੇ ਫੁਕਰੇ ਪੁਣੇ ਸਾਨੂੰ ਪਾਇਆ, ਉਹਨਾਂ ਨੇ ਜਾਤਵਾਦ ਸਾਨੂੰ ਪਾਇਆ, ਫਲਾਨਾ ਜੱਟ, ਫਲਾਨਾ ਧਿਮਕੜਾ, ਇਹ ਹੈ ਤੇ ਉਹ ਹੈ, ਅਸੀਂ ਉਹਦੇ 'ਚ ਪੈਂਦੇ ਰਹੇ। ਹਲੇ ਕਿ ਗੁਰੂ ਮਹਾਰਾਜ ਨੇ ਜਾਤ ਤੋਂ ਸਾਨੂੰ ਉੱਤੇ ਉਠਾਇਆ, ਸਾਨੂੰ ਖਾਲਸਾ ਬਣਾਇਆ। ਮੈਂ ਇਸ ਚੈਨਲ ਤੋਂ ਇਹ ਵੀ ਗੱਲ ਕਹਿਣਾ ਚਾਹੁੰਦਾ ਹੈ ਕਿ ਆਹ ਥੱਲੇ ਜੱਟ ਹੈ, ਥੱਲੇ ਮਜਬੀ ਹੈ, ਥੱਲੇ ਤਰਖਾਣ ਹੈ, ਥੱਲੇ ਲੋਹਾਰ ਹੈ, ਥੱਲੇ ਸਾਰਾ ਕੁਝ ਹੈ, ਤੇ ਉੱਤੇ ਖਾਲਸਾ ਹੈ। ਅੱਜ ਸਾਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਥੱਲੇ ਰਹਿਣਾ ਹੈ ਕਿ ਅਸੀਂ ਜਿਹੜਾ ਉੱਤੇ ਹੋਣਾ ਹੈ। ਖਾਲਸਾ ਹੋਵੇ ਖੁਦ ਖੁਦਾ, ਖਾਲਸੇ ਨੂੰ ਬਾਦਸ਼ਾਹ ਕਿਹਾ ਹੈ, ਬਾਦਸ਼ਾਹ ਕਦੇ ਥੱਲੇ ਨਹੀਂ ਹੋਇਆ ਕਰਦਾ। ਸੋ ਇਸ ਕਰਕੇ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਸਕੂਲਾਂ 'ਚ ਜਾਂਦੇ ਹੋ ਤੇ ਤੁਹਾਨੂੰ ਕੀ ਵੇਖਣ ਨੂੰ ਮਿਲਦਾ? ਪਹਿਲੀ ਤਾਂ ਗੱਲ
ਕਿ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਦੀ ਸੋਚ ਤੋਂ ਲੈਦਾ ਕੋਈ ਵੀ ਐਸੀ ਸੋਚ ਨਹੀਂ ਜਿਹੜੀ ਅੱਜ ਨੌਜਵਾਨਾਂ ਨੂੰ ਜਗਾ ਸਕਦੀ ਹੋਵੇ, ਵਿਦ ਐਕਸੈਪਸ਼ਨ ਆਫ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ। ਪਰ ਮੈਂ ਸਕੂਲਾਂ ਦੇ ਵਿਦਿਆਰਥੀਆਂ ਦੀ ਗੱਲ ਕੀਤੀ ਹੈ, ਇਸ ਕਰਕੇ ਮੈਂ ਭਾਈ ਅਮਰੀਕ ਸਿੰਘ ਦਾ ਐਗਜ਼ਾਮਪਲ ਲਵਾਂਗਾ ਜੀ ਜੀ ਕਿ ਜਦੋਂ ਹੁਣ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਆ, ਜੀ ਅਸੀਂ ਯੂਨੀਵਰਸਿਟੀਜ਼ ਜਾਂ ਕਾਲਜ ਤੋਂ ਸ਼ੁਰੂ ਨਹੀਂ ਕੀਤਾ, ਕਿਉਂਕਿ ਉਧਰ ਕਈ ਸਿਆਸੀ ਧਿਰਾਂ ਨੇ ਆਪਣੇ ਵਿੰਗ ਬਣਾਏ ਹੋਏ ਨੇ, ਨੌਜਵਾਨਾਂ ਨੂੰ ਆਲਰੇਡੀ ਆਪਣੇ ਕਲਾਵੇ ਦੇ ਵਿੱਚ ਜਿਹੜਾ ਹੈ ਉਹ ਲੈ ਚੁੱਕੇ। ਬਿਲਕੁਲ। ਪਰ ਅਸੀਂ ਜਦੋਂ ਸਕੂਲਾਂ ਦੇ ਵਿੱਚ ਜਾਂਦੇ ਹਾਂ, ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਜਾ ਕੇ ਮੈਂ ਪੁੱਛਦਾ ਵੀ ਤੁਹਾਡੇ ਚੋਂ ਆਈਲੈਟਸ ਵਾਲੇ ਕਿਹੜੇ ਆ, ਤੇ ਅੱਧੀ ਕਲਾਸ ਦੇ ਹੱਥ ਖੜੇ ਹੁੰਦੇ ਆ ਜੀ। ਹਲੇ ਕਈ ਝੱਕਦੇ ਨਹੀਂ ਆਪਣੇ ਹੱਥ ਖੜੇ ਕਰਦੇ, ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਕਾਲਜ ਬੰਦ ਹੋਏ ਨੇ, ਪਿਛਲੇ 5 ਸਾਲਾਂ ਦੇ ਵਿੱਚ 140 ਕਾਲਜ ਬੰਦ ਹੋਇਆ ਵਾ, ਤੇ ਉਹਦੇ ਨਾਲ ਪ੍ਰਤੀਤ ਇੰਜ ਹੁੰਦਾ ਕਿ 80-90% ਹੱਥ ਜਿਹੜੇ ਉੱਤੇ ਹੋ ਜਾਣੇ ਚਾਹੀਦੇ ਸੀ, ਪਰ ਉਹ ਝੱਕਦੇ ਜਿਹੜੇ ਆ ਉਹ ਆਪਣੇ ਹੱਥ ਉੱਤੇ ਨਹੀਂ ਕਰਦੇ। ਹੁਣ ਆਈਲੈਟਸ ਕਰਨ ਦਾ ਤੇ ਬਾਹਰ ਜਾਣ ਦਾ ਜੋ ਫੈਸਲਾ ਸਾਡੇ ਮਨਾਂ ਦੇ ਵਿੱਚ ਅੱਜ ਬੈਠ ਚੁੱਕਿਆ ਹੈ, ਤੇ ਉਹਦਾ ਮੇਰੇ ਤੇ ਵੀ ਪ੍ਰਭਾਵ ਰਿਹਾ ਨਿੱਜੀ ਤੌਰ ਦੇ ਉੱਤੇ। ਮੈਂ ਵੀ ਕੋਈ ਪਰਫੈਕਟ ਨਹੀਂ ਹੈਗਾ, ਸਭ 'ਚ ਔਗਣ ਹੁੰਦੇ ਆ, ਪਰ ਔਗਣਾਂ ਨੂੰ ਓਵਰਕਮ ਕਰਨਾ ਇੱਕ ਸਿੱਖ ਦਾ ਜਿਹੜਾ ਉਹ ਕਰਮ ਹੁੰਦਾ। ਹੁਣ ਉਹਨਾਂ ਦਾ ਕਾਰਨ ਕੀ ਹੈ ਕਿ ਇੱਕ ਲੋਕਲ ਨੈਰੇਟਿਵ ਜਨਰੇਟ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਕੁਝ ਰਹਿ ਹੀ ਨਹੀਂ ਗਿਆ। ਕਿਹਨੇ ਕਿਹਾ ਜੀ? ਜੇ ਅੱਜ ਬਾਹਰੋਂ ਆ ਕੇ ਪ੍ਰਵਾਸੀ ਇੱਧਰ ਕੰਮ ਕਰਦਾ ਪਿਆ ਹੈ, ਉਹ ਤਾਂ ਨਹੀਂ ਕਹਿੰਦਾ ਪਿਆ ਕਿ ਸਰਕਾਰ ਨੇ ਜੌਬਸ ਨਹੀਂ ਦਿੱਤੀਆਂ। ਹਾਂ, ਮੈਂ ਮੰਨਦਾ ਹਾਂ ਕਿ 1947 ਤੋਂ ਬਾਅਦ ਜਿਹੜੀਆਂ ਸਰਕਾਰਾਂ ਆਈਆਂ ਨੇ ਉਹ ਉਹਨਾਂ ਰੋਜ਼ਗਾਰ ਪੈਦਾ ਨਹੀਂ ਕਰ ਸਕੀਆਂ ਕਿ ਸਾਡੇ ਨੌਜਵਾਨ ਐਡਜਸਟ ਹੋ ਸਕਣ ਉਹਨਾਂ ਰੋਜ਼ਗਾਰਾਂ ਦੇ ਵਿੱਚ। ਮੈਂ ਮੰਨਦਾ ਇਸ ਗੱਲ ਨੂੰ, ਤੇ ਕਿਤੇ ਨਾ ਕਿਤੇ ਔਖ ਵੀ ਆਉਂਦੀ ਹੈ। ਮੈਂ ਇਹ ਵੀ ਬੇਨਤੀ ਕਰਦਾ ਹੁੰਦਾ ਕਿ ਜਿਨ੍ਹਾਂ ਦਾ ਭੋਰਾ ਨਹੀਂ ਸਰਦਾ, ਕਈ ਤਾਂ ਉਹ ਨੇ ਨਾ ਜਿਹੜੇ 30-30 ਕਿੱਲਿਆਂ ਦੇ ਮਾਲਕ ਨੇ, 15-15 30-30 ਕਿੱਲਿਆਂ ਦੇ ਮਾਲਕ ਨੇ, 60-60 ਕਿੱਲਿਆਂ ਦੇ ਮਾਲਕ ਮੈਂ ਜਾਂ ਬਾਹਰ ਜਾਂਦੇ ਵੇਖੇ ਆ। ਉਵੇਂ ਤਾਂ ਬਾਹਰ ਜਾਣਾ ਜਿਹੜੀ ਹੈ ਕੌਮ ਦੇ ਲਈ ਬਹੁਤ ਮਾੜਾ ਹੈ। ਉਹ ਕੋਈ ਸਿਆਣੀ ਗੱਲ ਨਹੀਂ ਕਿ ਆਪਾਂ ਵੇਖਾ ਵਿਖਾਈ ਕਰਕੇ ਲਾਈ ਲੱਗ ਬਣ ਕੇ, ਸਿੱਖ ਜਿਹੜਾ ਲਾਈ ਲੱਗ ਨਹੀਂ ਬਣਦਾ, ਖਾਲਸਾ ਆਗੂ ਹੁੰਦਾ, ਲਾਈ ਲੱਗ ਨਹੀਂ ਹੁੰਦਾ। ਪਰ ਜਿਨ੍ਹਾਂ ਦਾ ਨਹੀਂ ਸਰਦਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ, ਉਹਨੂੰ ਮੈਂ ਕੁਝ ਮਾੜਾ ਨਹੀਂ ਕਹਿੰਦਾ। ਸਿੱਖਾਂ ਨੇ ਬਾਹਰ ਬਹੁਤ ਤਰੱਕੀ ਕੀਤੀ ਹੈ, ਬਹੁਤ ਪੈਸਾ ਕਮਾਇਆ, ਬਹੁਤ ਸੇਵਾ ਵੀ ਕੀਤੀ ਹੈ, ਬਹੁਤ ਉਧਰ ਰਾਜਨੀਤੀ ਦੇ ਵਿੱਚ ਵੀ ਅਸੀਂ ਬੜੀਆਂ ਮੱਲਾਂ ਮਾਰੀਆਂ ਨੇ। ਪਰ ਉਧਰ ਜਾਓ, ਆਪਣਾ ਕੰਮ ਕਰੋ, ਕਿਰਤ ਕਰੋ, ਮਿਹਨਤ ਕਰੋ, ਪੈਸਾ ਕਮਾ ਕੇ ਵਾਪਸ ਪੰਜਾਬ ਦੇ ਵਿੱਚ ਆਪਣਾ ਕਾਰੋਬਾਰ ਜਿਹੜਾ ਸੈੱਟ ਕਰੋ। ਕਿਉਂਕਿ ਜਿਹੜਾ ਬਾਹਰੋਂ ਪ੍ਰਵਾਸੀ ਆ ਰਿਹਾ ਹੈ ਉਹ ਅੱਜ ਸਾਡੇ ਨਿੱਕੇ ਤੋਂ ਲੈ ਕੇ ਵੱਡੇ ਕੰਮਾਂ ਤੇ ਕਾਬਜ ਹੋ ਰਿਹਾ ਵਾ, ਤੇ ਉਹਦੇ ਵਿੱਚ ਆਪਾਂ ਸਿੱਧਾ ਨਹੀਂ ਕਹਿ ਸਕਦੇ ਕਿ ਜੀ ਉਹ ਆ ਰਹੇ ਉਹਨਾਂ ਦੀ ਦੋਸ਼ ਹੈ, ਉਹਦੇ 'ਚ ਕਿਤੇ ਆਪਣਾ ਵੀ ਦੋਸ਼ ਹੈ। ਬਿਲਕੁਲ। ਸੋ ਜਦੋਂ ਵੇਖਦੇ ਹਾਂ ਹੁਣ ਹੋ ਕੀ ਰਿਹਾ ਹੈ ਕਿ ਪੰਜਾਬ ਬੋਰਡ 'ਚ ਕਿਤੇ ਨਾ ਕਿਤੇ ਹੈ ਸਾਡਾ ਇਤਿਹਾਸ, ਪਰ ਉਹਦੇ ਵਿੱਚ 84 ਨਹੀਂ ਆਏਗਾ, ਕਿਉਂਕਿ ਸਰਕਾਰ ਨੇ ਇਹ ਨਹੀਂ ਦੱਸਣਾ ਕਿ ਅਸੀਂ ਇੰਨੀ ਬੇਈਮਾਨੀ ਕੀਤੀ ਸੀ, ਅਸੀਂ ਇੰਨੇ ਨੀਚੇ ਲੈਵਲ ਦੇ, ਸਰਕਾਰ ਨੇ ਨਹੀਂ ਦੱਸਣਾ। ਬਿਲਕੁਲ। CBSE ਦੇ ਵਿੱਚ ਪੂਰਾ ਨਹੀਂ ਹੈਗਾ, ICSE 'ਚ ਉਦੋਂ ਘੱਟ ਹੈ। ਤੇ ਇਤਿਹਾਸ ਬਾਰੇ ਮੈਂ ਹੁਣ ਇੱਕ ਸਕੂਲ 'ਚ ਗਿਆ, ਮੈਂ ਪੁੱਛਿਆ ਵੀ ਬੱਚੋ ਮੈਨੂੰ ਇੱਕ ਗੱਲ ਦੱਸੋ ਕਿ ਸਾਡਾ ਰਾਜ ਰਿਹਾ ਹੈ ਕਿ ਨਹੀਂ ਰਿਹਾ? ਕਿਸੇ ਨੂੰ ਨਹੀਂ ਪਤਾ। ਅੱਛਾ, ਕਿਸੇ ਨੂੰ ਨਹੀਂ ਪਤਾ। ਮੈਂ ਕਿਹਾ ਪਹਿਲਾ ਸਿੱਖ ਰਾਜ ਕਦੋਂ ਹੋਇਆ ਜਾਂ ਕਿਹਨੇ ਕੀਤਾ? ਤੁਸੀਂ ਚਲੋ ਕਦੋਂ ਨੂੰ ਰਹਿਣ ਦਿਓ, ਕਿਹਨੇ ਕੀਤਾ ਐਸਟੈਬਲਿਸ਼? ਕੁਛ ਨਹੀਂ ਪਤਾ। ਦੂਸਰਾ ਸਿੱਖ ਰਾਜ ਕਦੋਂ ਹੋਇਆ, ਉਹਦਾ ਮੁੱਢ ਕਿੱਧਰੋਂ ਵੱਜਿਆ? ਬੱਚਿਆਂ ਨੂੰ ਕੁਛ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਮੈਂ ਕਿਹਾ ਇਹ ਮਾਝੇ ਦੀ ਧਰਤੀ ਹੈ ਤੇ ਇਹਦੇ ਨਾਲ ਸਾਡਾ ਕੀ ਰਿਸ਼ਤਾ ਹੈ? ਸਾਨੂੰ ਕੁਛ ਵੀ ਨਹੀਂ ਪਤਾ। ਜਦੋਂ ਸਾਨੂੰ ਪਤਾ ਹੀ ਨਹੀਂ, ਹੁਣ ਜੇ ਮੈਂ ਕਹਿਣਾ ਹੁਣ ਇਸ ਧਰਤੀ ਤੇ ਕਲੇਮ ਕਿਵੇਂ ਹੋਏਗਾ ਸਾਡਾ? ਜੇ ਸਾਨੂੰ ਪਤਾ ਹੋਏਗਾ ਤਾਂ ਕਲੇਮ ਹੋਏਗਾ। ਜੇ ਮੈਂ ਕਹਿਣਾ ਹੈ ਕਿ ਇਹ ਫਲਾਨੀ ਥਾਂ ਤੇ ਮੇਰਾ ਕਲੇਮ ਹੈ, ਇਹਦਾ ਮਤਲਬ ਆਹ ਹੈ ਕਿ ਉਹਦੇ ਲਈ ਕੋਈ ਮੈਂ ਪੈਸੇ ਦਿੱਤੇ ਹੋਣਗੇ, ਰਜਿਸਟਰੀ ਕਰਾਈ ਹੋਗੀ, ਮੈਂ ਕਹੂੰਗਾ ਜੀ ਮੇਰੀ ਹੈ। ਪਰ ਪੰਜਾਬ ਦੇ ਲਈ, ਪੰਜਾਬ ਤੇ ਹੱਕ ਆਪਣਾ ਕਾਇਮ ਕਰਨ ਦੇ ਲਈ ਸਿੱਖਾਂ ਨੇ ਆਪਣਾ ਲਹੂ ਦਿੱਤਾ ਹੈ। ਲਹੂ ਦੀ ਕੀਮਤ ਜਿਹੜੀ ਆ ਤਾਰੀ ਹੈ। ਮਾਝੇ ਦੀ ਧਰਤੀ ਖਾਸ ਕਰਕੇ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਹੁੰਦਾ ਹੈ, ਫੈਲੋ ਸਟੂਡੈਂਟਸ ਨੂੰ, ਕਿਉਂਕਿ ਮੈਂ ਵੀ ਸਿੱਖ ਥਿਓਲੋਜੀ ਦਾ ਸਟੂਡੈਂਟ, ਮੈਂ ਫੈਲੋ ਸਟੂਡੈਂਟਸ ਕਹਿ ਕੇ ਸੰਬੋਧਨ ਕਰਦਾ ਹੁੰਦਾ ਕਿ ਚੱਪੇ ਤੇ ਸਾਡੇ ਵੱਡੇ ਵਡੇਰਿਆਂ ਦਾ ਖੂਨ ਡੁੱਲਿਆ ਹੈ, ਜਿਹੜੇ ਸਾਡੇ ਰਗਾਂ ਦੇ ਵਿੱਚ ਖੂਨ ਦੌੜਦਾ ਪਿਆ ਹੈ। ਇਹ ਖੂਨ ਇਸ ਧਰਤੀ ਨੂੰ ਮਹਿਫੂਜ਼ ਰੱਖ ਕੇ ਤੇ ਇਹਦੇ ਤੇ ਆਪਣਾ ਹੱਕ ਜਤਾਉਣ ਦੇ ਲਈ, ਉਹਨੂੰ ਮਹਿਫੂਜ਼ ਰੱਖਣ ਦੇ ਲਈ ਤੇ ਸਾਡਾ ਇਹ ਖੂਨ ਡੁੱਲਿਆ ਹੈ ਪੈਰ ਪੈਰ ਤੇ ਸ਼ਹੀਦਾਂ ਦਾ। ਤੇ ਸਾਡਾ ਕੋਈ ਨਾ ਕੋਈ ਮੈਂਬਰ ਪਰਿਵਾਰ ਦਾ, ਕਿਉਂਕਿ ਬਹੁਤੇ ਇੱਧਰ ਸਿੱਖ ਰਹਿ ਨਹੀਂ ਸੀਗੇ ਘੱਲੂਘਾਰਿਆਂ ਤੋਂ ਬਾਅਦ, ਕੋਈ ਨਾ ਕੋਈ ਮੈਂਬਰ, ਕੋਈ ਦਾਦਾ ਪੜਦਾਦਾ ਜਾਂ ਬਾਬਿਆਂ ਚੋਂ ਕਿਸੇ ਸ਼ਹੀਦ ਨਾਲ ਜ਼ਰੂਰ ਰਲਦਾ ਹੋਏਗਾ, ਜੇਲ੍ਹ ਵਾਲੇ ਨਾਲ ਜ਼ਰੂਰ ਰਲਦਾ ਹੋਏਗਾ, ਤਸ਼ੱਦਦ ਸਹਿਣ ਨਾਲ, ਸੰਘਰਸ਼ੀ ਦੇ ਨਾਲ ਜ਼ਰੂਰ ਜਿਹੜਾ ਹੈ ਉਹ ਰਲਦਾ ਹੋਏਗਾ। ਤੇ ਜਦੋਂ ਇਤਿਹਾਸ ਦੀਆਂ ਗੱਲਾਂ ਦੱਸੀਦੀਆਂ ਨੇ, ਸਾਡੇ ਰਾਜ ਹੋਣ ਤੋਂ ਪਹਿਲਾਂ ਤੇ ਰਾਜ ਦੇ ਦੌਰਾਨ ਵੀ, ਤੇ ਉਸ ਸਮੇਂ ਦੇ ਸਿੱਖਾਂ ਦੇ ਜੋ ਕਿਰਦਾਰ ਸਨ, ਜਿੰਨੇ ਉੱਚੇ ਉਹਨਾਂ ਦੇ ਜੀਵਨ ਸਨ, ਜੋ ਉਹਨਾਂ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਦ੍ਰਿੜਤਾ ਸੀ ਬਾਣੀ ਦੇ ਵਿੱਚ, ਜਿਹਨੂੰ ਅੱਜ ਸਰਕਾਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਬੇਅਦਬੀਆਂ ਕਰਵਾ ਕੇ ਕਿ ਸਿੱਖਾਂ ਦਾ ਗੁਰਬਾਣੀ 'ਚੋਂ ਵਿਸ਼ਵਾਸ ਖਤਮ ਹੋ ਜਾਵੇ। ਪਹਿਲਾਂ ਕਿਸੇ ਹੋਰ ਰੂਪ 'ਚ ਕਰਾ ਰਹੀ ਸੀ, ਅੱਜ ਬੇਅਦਬੀਆਂ ਕਰਾ ਕੇ ਕਰਾ ਰਹੀ। ਤੇ
ਉਸ ਚੀਜ਼ ਨੂੰ ਇੰਨਾ ਉਹਨਾਂ ਦੇ ਅੰਦਰ ਘਰ ਕਰਦਾ ਸੀ, ਜੋ ਉਹਨਾਂ ਦੇ ਜੀਵਨ ਸੀ, ਜੋ ਉਹਨਾਂ ਦੇ ਕਿਰਦਾਰ ਸੀ, ਕਿਆ ਸ਼ਖਸੀਅਤਾਂ ਸਨ। ਇੱਕ ਇੱਕ ਸਿੱਖ ਖਾਲਸਾ ਦਰਬਾਰ ਦੇ ਵਿੱਚ ਸੰਤ ਵੀ ਸੀ ਤੇ ਸਿਪਾਹੀ ਵੀ ਸੀ। ਮੈਂ ਸਮਝਦਾ ਕਿ ਜੇ ਅੱਜ ਆ ਕੇ ਇਸ ਤੇ ਸਾਨੂੰ ਸਾਡੇ ਵੱਡੇ ਵਡੇਰੇ ਵੇਖਣ ਤੇ ਉਹਨਾਂ ਨੂੰ ਸ਼ਰਮ ਆਊਗੀ, ਸਾਡੇ ਤੇ ਸ਼ਰਮ ਆਊਗੀ। ਨਾ ਸਾਡਾ ਉਹਨਾਂ ਵੱਡਾ ਜੀਵਨ ਰਹਿ ਗਿਆ ਹੈ ਤੇ ਨਾ ਸਾਡੀ ਉਨੀ ਜਿਹੜੀ ਗੁਰੂ ਮਹਾਰਾਜ ਦੇ ਬਾਣੀ ਦੇ ਵਿੱਚ ਉਨੀ ਦ੍ਰਿੜਤਾ ਸਾਡੀ ਰਹਿ ਗਈ ਹੈ ਜੀ। ਤੇ ਜਦੋਂ ਉਹਨਾਂ ਨੂੰ ਬੱਚਿਆਂ ਨੂੰ ਇਤਿਹਾਸ ਦੱਸੀਦਾ ਜਾ ਕੇ, ਕਿਉਂਕਿ ਇਹ ਭਾਈ ਅਮਰੀਕ ਸਿੰਘ ਜੀ ਦੀ ਆਈਡੀਓਲੋਜੀ ਹੈ ਕਿ ਸ਼ੁਰੂ ਕਰਨਾ ਤੇ ਮੁੱਢ ਤੋਂ, ਗਰਾਊਂਡ ਲੈਵਲ ਤੋਂ, ਜ਼ਮੀਨੀ ਪੱਧਰ ਤੋਂ ਸ਼ੁਰੂ ਕਰਨਾ ਪਵੇਗਾ, ਪੈਰਾਸ਼ੂਟਿੰਗ ਨਹੀਂ ਕਰ ਸਕਦੇ। ਤੇ ਜਦੋਂ ਬੱਚਿਆਂ ਦੇ ਵਿੱਚ ਜਾ ਕੇ ਤੇ ਇਤਿਹਾਸ ਦੀ ਗੱਲ ਕਰੀਦੀ ਹੈ ਤੇ ਉਹ ਇੰਨੇ ਕਨਫਿਊਜ਼ ਹੋ ਜਾਂਦੇ ਨੇ। ਕਨਫਿਊਜ਼ ਇਸ ਕਰਕੇ ਨਹੀਂ ਹੁੰਦੇ ਕਿ ਗੱਲ ਦੀ ਸਮਝ ਨਹੀਂ ਲੱਗੀ, ਕਨਫਿਊਜ਼ ਇਸ ਕਰਕੇ ਹੋ ਜਾਂਦੇ ਨੇ ਕਿ ਕੀ ਸੱਚੀ ਸਾਡੀ ਵਿਰਾਸਤ ਇੰਨੀ ਵੱਡੀ ਹੈ, ਕਿਉਂਕਿ ਇਤਿਹਾਸ 'ਚ ਪੜਾਇਆ ਹੀ ਨਹੀਂ ਜਾ ਰਿਹਾ, ਕਿਤਾਬਾਂ 'ਚ ਹੈ ਹੀ ਨਹੀਂ ਇਹ ਚੀਜ਼, ਕੁਝ ਵੀ ਨਹੀਂ ਹੈਗਾ, ਕੁਝ ਵੀ ਨਹੀਂ ਹੈਗਾ। ਉਹ ਆਣ ਕੇ ਲੈਕਚਰ ਤੋਂ ਬਾਅਦ ਪੁੱਛਦੇ ਨੇ ਕਿ ਜੋ ਤੁਸੀਂ ਗੱਲਾਂ ਕਹੀਆਂ ਨੇ। ਮੈਂ ਕਿਹਾ ਪੁੱਤ ਹੁਣੇ ਤਾਂ ਗੱਲਾਂ ਕਹੀਆਂ ਹੀ ਨਹੀਂ ਕੋਈ, ਕਿਉਂਕਿ ਜਿੰਨਾ ਸਾਡਾ ਵਿਲੱਖਣ ਇਤਿਹਾਸ ਹੈ, ਜੇ ਆਪਾਂ ਐਨਾਲਿਸਿਸ ਦੇ ਵਿੱਚ ਚੱਲ ਜਾਈਏ ਤੇ ਕਈ ਮਹੀਨੇ, ਕਈ ਸਾਲ ਲੱਗ ਜਾਣ ਉਹਨੂੰ ਪੂਰੇ ਕ੍ਰਿਟੀਕਲੀ ਐਨਾਲਾਈਜ਼ ਕਰਦੇ ਆ। ਇਹ ਸਾਡੀ ਭਾਈ ਸਾਹਿਬ ਤਰਾਸਦੀ ਰਹੀ ਆ ਕਿ ਕਿਤੇ ਨਾ ਕਿਤੇ ਅਸੀਂ ਜਿੱਥੇ ਵਿਦੇਸ਼ਾਂ ਵੱਲ ਨੂੰ ਦੌੜ ਜਿਹੜੀ ਹੈ ਲਗਾਈ ਆ, ਉੱਥੇ ਅਸੀਂ ਕਿਤੇ ਨਾ ਕਿਤੇ ਇਤਿਹਾਸ ਪੜ੍ਹਨ ਦੇ ਵਿੱਚ ਵੀ ਅੱਜ ਕੱਲ੍ਹ ਇੰਟਰਸਟਿਡ ਨਹੀਂ ਹੈਗੇ। ਨੌਜਵਾਨ ਕਿਤਾਬਾਂ ਪੜ੍ਹਨ 'ਚ ਨਹੀਂ ਇੰਟਰਸਟਿਡ ਹੈਗੇ, ਕਿਉਂਕਿ ਜੇਕਰ ਕੋਈ ਪੜ੍ਹਨਾ ਚਾਹਵੇ ਤਾਂ ਉਹ ਪੜ੍ਹ ਵੀ ਸਕਦਾ। ਪਰ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਹੁਣ ਅਗਾਂਹ ਕੀ ਕੁਛ ਕਰਨ ਜਾ ਰਹੇ ਹੋ ਇਸ ਚੀਜ਼ ਨੂੰ ਲੈ ਕੇ ਕਿ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ, ਖਾਸ ਤੌਰ ਦੇ ਉੱਤੇ ਜੋ ਕੁਛ ਆਜ਼ਾਦੀ ਤੋਂ ਬਾਅਦ ਦੇ ਵਿੱਚ ਸਿੱਖਾਂ ਦੇ ਨਾਲ ਵਾਪਰਿਆ, ਜੋ 78 'ਚ ਹੋਇਆ, ਜੋ 84 'ਚ ਹੋਇਆ, ਜੋ ਹੁਣ ਬੇਅਦਬੀਆਂ ਦਾ ਦੌਰ ਚੱਲ ਰਿਹਾ ਆ, ਜੋ ਵਿਦੇਸ਼ਾਂ ਦੇ ਵਿੱਚ ਪੰਜਾਬੀ ਬੈਠਾ ਉਹ ਕਿਤੇ ਪੰਜਾਬ 'ਚ ਨਾ ਆ ਜਾਵੇ। ਇੱਥੇ ਦਿਨ ਦਿਹਾੜੇ ਕਤਲ ਦਿਖਾਏ ਜਾ ਰਹੇ ਆ ਕਿ ਕੋਈ ਗੋਲੀਆਂ ਮਾਰ ਕੇ ਦੌੜ ਗਿਆ, ਤਾਂ ਉਹ ਇੰਨੇ ਕੁ ਡਰ ਜਾਂਦੇ ਕਿ ਆਪਣੇ ਬੱਚਿਆਂ ਨੂੰ ਲੈ ਕੇ ਨਹੀਂ ਇੱਥੇ ਆਉਣਾ ਚਾਹੁੰਦੇ। ਜੇ ਆਪਾਂ ਕਹਿ ਦਈਏ ਕਿ ਬਾਹਰ ਬਹੁਤ ਜ਼ਿਆਦਾ ਮਹਿਫੂਜ਼ ਹੈ ਜੀ, ਉਹ ਵੀ ਇੱਕ ਗਲਤ ਹੈ। ਸਾਨੂੰ ਇੱਕ ਰਿਐਲਿਟੀ ਚੈੱਕ ਦੀ ਅੱਜ ਲੋੜ ਹੈ। ਇੱਕ ਸਪੀਕਰ ਸੀਗਾ ਜੀ, ਉਹ ਇੱਕ ਗੱਲ ਕਹਿ ਕੇ ਗਿਆ। ਉਹ ਕਹਿੰਦਾ ਹੈ ਕਿ ਅੱਜ ਤੋਂ 30 ਸਾਲ ਪਹਿਲਾਂ ਕੈਨੇਡਾ ਦੇ ਵਿੱਚ 250-300 ਗੈਂਗ ਸੀ, ਅੱਜ 900 ਤੋਂ ਉੱਪਰ ਹੈ, 1000 ਲੜੋ ਕਿ ਉੱਧਰ ਆਪਾਂ ਮਹਿਫੂਜ਼ ਹਾਂ, ਗੈਂਗ ਵਾਰ ਮਹਿਫੂਜ਼ ਹੈ। ਦੂਜੇ ਦਿਨ ਸਾਨੂੰ ਖਬਰ ਆ ਜਾਂਦੀ ਆ, ਆਪਣੇ ਕੋਲ ਮੋਬਾਈਲ ਹੈ, ਆਪਾਂ ਬਹੁਤ ਗੇੜਦੇ ਇਹਨੂੰ, ਜਦੋਂ ਸਕਰੋਲ ਕਰਦੇ ਹਾਂ ਕਿਸੇ ਨਾ ਕਿਸੇ ਨੌਜਵਾਨ ਦੀ ਫੋਟੋ ਆ ਜਾਂਦੀ, ਨੌਜਵਾਨ ਦੀ ਹੀ ਆ ਰਹੀ ਹੈ ਕਿ ਇਹਨੂੰ ਇਸ ਕਰਕੇ ਇਹ ਡੈਥ ਹੋ ਗਈ ਜਾਂ ਇੰਜ ਮਰ ਗਿਆ, ਕਿ ਆਪਾਂ ਉੱਧਰ ਮਹਿਫੂਜ਼ ਹਾਂ। ਸਾਲ ਦੇ ਵਿੱਚ 40,000 ਜਿਹੜੇ ਸ਼ਖਸ ਗਨ ਵਾਇਲੈਂਸ ਦਾ ਸ਼ਿਕਾਰ ਹੁੰਦੇ ਅਮਰੀਕਾ ਦੇ ਵਿੱਚ। ਕਹਿਣ ਤੋਂ ਭਾਵ ਮੈਂ ਉਹਨਾਂ ਦੇਸ਼ਾਂ ਨੂੰ ਭੰਡਦਾ ਨਹੀਂ ਪਿਆ ਜੀ, ਪਰ ਇਹ ਹੈ ਕਿ ਜੇ ਆਪਾਂ ਕਹੀਏ ਕਿ ਦੇयर इज ਅ ਪਰਫੈਕਟ ਵਰਲਡ, ਉਹ ਹੈ ਨਹੀਂ, ਠੀਕ ਹੈ। ਤੇ ਸਾਡਾ ਜਿਹੜਾ ਇੱਕ ਨੈਰੇਟਿਵ ਉਹਨੂੰ ਬਦਲਣ ਦੀ ਲੋੜ ਹੈ। ਦੂਸਰੀ ਗੱਲ ਕਿ ਅਸੀਂ ਉਦੋਂ ਵੀ ਇਸ ਧਰਤੀ ਤੇ ਆਪਣਾ ਹੱਕ ਜਤਾ ਕੇ ਰੱਖਿਆ ਹੈ ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ ਜੀ। ਹੁਣ ਫਰਕ ਕੀ ਹੈ ਸਾਡੇ ਤੇ ਉਹਨਾਂ ਦੇ ਵਿੱਚ ਕਿ ਅਸੀਂ ਘੋੜੇ ਦੇ ਕਾਠੀਆਂ ਦੇ ਉੱਤੇ ਰਹਿ ਕੇ ਗੁਜ਼ਾਰਾ ਕੀਤਾ ਜੀ, ਅਸੀਂ ਪੱਤੇ ਖਾ ਕੇ ਵੀ ਤੇ ਥੋੜੀ ਥੋੜੀ ਬੁਰਕੀ ਖਾ ਕੇ ਵੀ ਜਿਹੜਾ ਹੈ ਉਹ ਗੁਜ਼ਾਰਾ ਕੀਤਾ, ਪਰ ਇਸ ਧਰਤੀ ਤੇ ਆਪਣਾ ਹੱਕ ਕਾਇਮ ਰੱਖਿਆ। ਕੀ ਫਰਕ ਹੈ ਫਿਰ ਸਾਡੇ ਤੇ ਉਹਨਾਂ ਦੇ ਵਿੱਚ? ਕੋਈ ਫਰਕ ਤਾਂ ਹੋਵੇਗਾ। ਉਸ ਚੀਜ਼ ਨੂੰ ਅੱਜ ਐਨਾਲਾਈਜ਼ ਕਰਨ ਦੀ ਲੋੜ ਹੈ। ਇਹ ਸਾਡਾ ਪਿਆਰ ਸਾਡੀ ਧਰਤੀ ਨਾਲ ਇਸ ਕਰਕੇ ਨਹੀਂ ਕਿਉਂਕਿ ਸਾਨੂੰ ਸਾਡੇ ਇਤਿਹਾਸ ਬਾਰੇ ਨਹੀਂ ਪਤਾ, ਅਸੀਂ ਕਿੰਨੀ ਦ੍ਰਿੜ ਕੌਮ ਹੈ, ਕਿੰਨਾ ਸਾਡਾ ਦ੍ਰਿੜ ਜਿਹੜਾ ਸੰਕਲਪ ਹੈ, ਜਿੰਨਾ ਨਵੇਕਲਾ ਸੰਕਲਪ ਹੈ, ਕਿੰਨਾ ਟਾਈਮਲੈਸ ਸੰਕਲਪ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦਾ। ਉਸ ਚੀਜ਼ ਨੂੰ ਪਹਿਚਾਨਣ ਦੀ ਲੋੜ ਹੈ। ਮੈਂ ਹਰ ਸਟੇਜ ਤੋਂ ਵੀ ਬੇਨਤੀ ਕਰਦਾ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਜਿਹੜੀ ਹੈ ਆਡੀਅנס ਉਹਨੂੰ ਮੈਂ ਬੇਨਤੀ ਕਰਨਾ ਚਾਹੂੰਗਾ ਕਿ ਅੰਗਰੇਜ਼ੀ ਦਾ ਇੱਕ ਮੁਹਾਵਰਾ ਹੈ ਜੀ ਕਿ ਚੈਰਿਟੀ ਬਿਗਿਨਸ ਐਟ ਹੋਮ, ਕਿ ਦਾਨ ਦਾ ਕਰਮ ਘਰ ਤੋਂ ਸ਼ੁਰੂ ਹੁੰਦਾ ਹੈ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜੇ ਦਾਨ ਦਾ ਕਰਮ ਘਰ ਤੋਂ ਸ਼ੁਰੂ ਹੁੰਦਾ ਹੈ ਤੇ ਵਿਦਿਆ ਦਾ ਕਰਮ, ਸਿੱਖਿਆ ਦਾ ਕਰਮ ਵੀ ਘਰ ਤੋਂ ਹੀ ਸ਼ੁਰੂ ਹੁੰਦਾ ਹੈ। ਜੋ ਬੱਚੇ ਨੂੰ ਆਪਾਂ ਸੁਣਾਵਾਂਗੇ, ਜੋ ਦਿਖਾਵਾਂਗੇ, ਜਦੋਂ ਉਹ ਬੋਲਣ ਦੀ ਸ਼ਕਤੀ ਨਹੀਂ ਬੱਚਾ ਰੱਖਦਾ, ਉਹ ਦੇਖ ਕੇ ਅਬਜ਼ਰਵ ਕਰਦਾ ਹੈ। ਜੇ ਸਾਡੇ ਕੇਸ ਕਤਲ ਹੋਣਗੇ ਤੇ ਸਾਡਾ ਬੱਚਾ ਸਾਡੇ ਕਿਵੇਂ ਆਖੇ ਲੱਗ ਜਾਏਗਾ ਕਿ ਪੁੱਤਰਾ ਤੂੰ ਆਪਣੇ ਕੇਸ ਰੱਖ, ਤੂੰ ਬਾਣੀ ਪੜ੍ਹ। ਜੇ ਆਪਾਂ ਆਪ ਨਾ ਗੁਰਬਾਣੀ ਪੜ੍ਹਦੇ ਹੋਵਾਂਗੇ, ਸਾਡੇ ਜੀਵਨ ਦੇ ਵਿੱਚ ਉਨੀ ਸ਼ਕਤੀ ਨਹੀਂ ਹੋਏਗੀ, ਉਨਾ ਉੱਚਾ ਜੀਵਨ ਨਹੀਂ ਹੋਏਗਾ ਤੇ ਬੱਚਿਆਂ ਤੇ ਸਾਡੀ ਗੱਲ ਦਾ ਪ੍ਰਭਾਵ ਹੀ ਨਹੀਂ ਪੈਣਾ। ਬਿਲਕੁਲ। ਜਦੋਂ ਆਪਾਂ ਸ਼ਹਿਰਾਂ ਵੱਲ ਆ ਜਾਂਦੇ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਕੁਚਲਿਆ ਜਾ ਰਿਹਾ ਹੈ ਜੀ, ਕੁਚਲਿਆ ਜਾ ਰਿਹਾ। ਉਸ ਚੀਜ਼ ਨੂੰ ਵੀ ਸਮਝਣ ਦੀ ਲੋੜ ਪੈਣੀ ਚਾਹੀਦੀ ਹੈ। ਜਿਹੜੀ ਭਾਸ਼ਾ ਹੈ, ਜੇ ਮੈਂ ਕਹਾਂ, ਜੇ ਮੈਂ ਗਲਤ ਨਾ ਹੋਵਾਂ ਤੇ ਜੇ ਮੈਂ ਕਹਿ ਦਵਾਂ ਕਿ ਲੈਂਗੁਏਜ ਇਜ਼ ਅ ਮੈਟਰ ਆਫ ਰੀਜਨ ਮੋਰ ਦੈਨ ਰਿਲੀਜਨ, ਬਿਲਕੁਲ, ਕਿ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਨੇ ਜੀ। ਇਹਦੇ ਵਿੱਚ ਸਿੱਖ ਵੀ ਜਿੱਥੇ ਆਉਂਦਾ ਉੱਥੇ ਹਿੰਦੂ ਆਉਂਦਾ, ਉੱਥੇ ਈਸਾਈ ਆਉਂਦਾ, ਉੱਥੇ ਮੁਸਲਮਾਨ ਹੁੰਦੇ ਨੇ ਤੇ ਇਹਨਾਂ ਤਿੰਨਾਂ ਵਰਗਾਂ ਦੇ ਕੁਝ ਲੋਕ ਮੇਰੇ ਵਾਕਫ ਵੀ ਨੇ ਜਾਂ ਕਹਿ ਲਓ ਕਿ ਮੇਰੇ ਮਿੱਤਰ ਵੀ ਨੇ। ਉਹ ਇਸ ਗੱਲ ਤੇ ਵੀ ਹਾਮੀ ਭਰਦੇ। ਇਹ ਨਹੀਂਗਾ ਕਿ ਇੱਕ ਬੰਦਾ ਉੱਠ ਕੇ ਤੇ ਇਹ ਗੱਲ ਕਹਿ ਰਿਹਾ ਹੈ, ਇਹ ਸਾਰੇ ਵਰਗਾਂ ਦੇ ਲੋਕ ਜਿਹੜੇ ਮੰਨਦੇ ਨੇ। ਪਰ ਪੰਜਾਬੀ ਨੂੰ ਕਿਉਂ ਡਿਫੇਮ ਕੀਤਾ ਜਾ ਰਿਹਾ? ਹੁਣ ਦੱਖਣ ਦੀਆਂ ਭਾਸ਼ਾਵਾਂ ਨੂੰ ਕਿਉਂ ਨਹੀਂ ਡਿਫੇਮ ਕੀਤਾ ਜਾਂਦਾ ਜੀ?
ਕਿਉਂਕਿ ਪੰਜਾਬੀ ਜਿਹੜੀ ਹੈ ਉਹ ਗੁਰਮੁਖੀ ਦੇ ਨਾਲ ਲੱਗਦੀ ਹੈ ਜੀ। ਗੁਰਮੁਖੀ ਲਿਪੀ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਹੈ ਤੇ ਗੁਰਬਾਣੀ ਜਿਹੜਾ ਬੰਦਾ ਗੁਰਬਾਣੀ 'ਚ ਮਗਨ ਹੋ ਜਾਵੇ, ਜਿਹੜਾ ਗੁਰਬਾਣੀ ਨੂੰ ਸਮਰਪਿਤ ਹੋ ਜਾਵੇ ਤੇ ਸਤਿਗੁਰ ਮੇਰਾ ਤਾਣ ਨਿਤਾਣ ਹੋ ਜਾਂਦਾ ਹੈ ਤੇ ਫਿਰ ਸੀਸ ਤਲੀ ਤੇ ਵੀ ਆ ਜਾਂਦੇ ਨੇ। ਇਨਕਲਾਬ ਜਿਹੜਾ ਹੈ ਗੁਰਬਾਣੀ ਦੇ ਵਿੱਚੋਂ ਵੀ ਆ ਜਾਂਦਾ ਹੈ। ਮੀਰੀ ਪੀਰੀ ਦਾ ਸਿਧਾਂਤ ਆਵੇਗਾ, ਰਾਜੇ ਹੋਣ ਦਾ ਸਿਧਾਂਤ ਆਵੇਗਾ, ਇਨਕਲਾਬ ਦਾ ਜਿਹੜਾ ਹੈ ਉਹ ਸਿਧਾਂਤ ਆਵੇਗਾ। ਗੁਰਬਾਣੀ ਨੇ ਸਾਨੂੰ ਫਿਰ ਉਸ ਮਾਰਗ ਤੋਂ ਟੁੱਟਣ ਨਹੀਂ ਦੇਣਾ। ਬਿਲਕੁਲ ਸੰਤ ਤੇ ਸਿਪਾਹੀ ਵਾਲਾ ਕਨਸੈਪਟ ਜਿਹੜਾ ਆ ਉਹ ਚੱਲਦਾ ਆ ਜੀ। ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਆ ਉਹ ਲਗਭਗ ਸਮਾਪਤ ਹੈ। ਲਾਸਟ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜੀ ਕਿ ਫੈਡਰੇਸ਼ਨ ਅੱਜ ਫਿਰ ਤੋਂ ਉਹੀ ਮਸ਼ਾਲ ਲੈ ਕੇ ਚੱਲੀ ਹੈ ਜਿਹੜੀ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਲੈ ਕੇ ਗਏ ਸਨ। ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਕਿ ਸਕੂਲਾਂ ਦੇ ਵਿੱਚ ਨਿਰੰਤਰ ਪ੍ਰਚਾਰ ਜਿਹੜਾ ਹੈ ਫੈਡਰੇਸ਼ਨ ਦੇ ਪ੍ਰਚਾਰਕਾਂ ਵੱਲੋਂ ਹੋਵੇ। ਆਹ ਨਾ ਹੋਵੇ ਕਿ ਅਸੀਂ ਇੱਕ ਸਕੂਲ ਜਾਈਏ ਤੇ ਬਾਅਦ ਚੋਂ ਉਧਰ ਵਿਖੀਏ ਹੀ ਨਾ ਤੇ ਜੋ ਪ੍ਰਭਾਵ ਪ੍ਰਚਾਰ ਦਾ ਪਿਆ ਉਹ ਹੌਲੀ ਹੌਲੀ ਲੈਂਦਾ ਲੈ ਜੇ, ਕਿਉਂਕਿ ਡਿਸਟਰੈਕਸ਼ਨਸ ਦੀ ਦੁਨੀਆ ਅੱਜ ਬਹੁਤ ਜ਼ਿਆਦਾ ਡਿਸਟਰੈਕਸ਼ਨਸ ਨੇ। ਬਿਲਕੁਲ। ਤੇ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪ੍ਰਚਾਰਕ ਜਿਹੜੇ ਨੇ ਫੈਡਰੇਸ਼ਨ ਦੇ ਉਹ ਉਹਨਾਂ ਸਕੂਲਾਂ ਦੇ ਵਿੱਚ ਰਹਿਣ। ਨੌਜਵਾਨਾਂ ਨੂੰ ਕਾਲਜ ਦੇ ਵਿੱਚ ਕਦਮ ਧਰਨ ਤੋਂ ਪਹਿਲਾਂ ਜਿੱਧਰ ਜਿਹੜੇ ਸਿਆਸੀ ਪਾਰਟੀਆਂ ਪਈਆਂ ਨੇ ਸ਼ਿਕਾਰ ਖੇਡਣ ਨੂੰ ਨੌਜਵਾਨਾਂ ਦਾ ਕਿ ਇਹਨੂੰ ਆਪਣੇ ਕੋਲ ਲੈ ਜਾਈਏ, ਇਹਨੂੰ ਆਪਣੇ ਕੋਲ ਲੈ ਜਾਈਏ, ਤੇ ਉਹ ਤੋਂ ਪਹਿਲਾਂ ਨੌਜਵਾਨਾਂ ਨੂੰ ਗੁਰਬਾਣੀ ਦੇ ਨਾਲ ਤੇ ਇਤਿਹਾਸ ਦੇ ਨਾਲ ਦ੍ਰਿੜ ਕੀਤਾ ਜਾਵੇ। ਸਾਨੂੰ ਸਾਡਾ ਮਾਰਗ ਜਿਹੜਾ ਹੈ ਉਹ ਕਲੈਰਿਟੀ ਦੇ ਨਾਲ ਦਿਖਦਾ ਹੋਏ। ਅਸੀਂ ਕਿਸ ਚੀਜ਼ ਵੱਲ ਜਿਹੜਾ ਹੈ ਆਪਣੇ ਹੱਕਾਂ ਦੀ ਪ੍ਰਾਪਤੀ ਜੇ ਅਸੀਂ ਕਰਨੀ ਹੈ ਤੇ ਉਹ ਖਾਲੀ ਰਹਿ ਕੇ ਨਹੀਂ ਕੀਤੀ ਜਾ ਸਕਦੀ ਜੀ। ਉਹ ਗੁਰਬਾਣੀ ਦੇ ਨਾਲ ਆਪਣੇ ਆਪ ਨੂੰ ਕੀ ਕਹਿੰਦੇ ਸ਼ਿੰਗਾਰ ਕੇ, ਆਪਣੇ ਇਤਿਹਾਸ ਦੇ ਗਿਆਨ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਕੇ ਤੇ ਇਹ ਕੀਤੀ ਜਾਵੇਗੀ। ਅਖੀਰ ਤੇ ਮੈਂ ਬੇਨਤੀ ਇਹੀ ਕਰਨੀ ਚਾਹੁੰਦਾ ਹੈ, ਜਦੋਂ ਗੋਰੇ ਨੇ ਰਾਜ ਕਰਨਾ ਸੀ ਉਹਨੇ ਇੱਕ ਗੱਲ ਕਹੀ ਸੀ ਕਿ ਜਦੋਂ ਤੱਕ ਸਿੱਖ ਸਰਦਾਰਾਂ ਦੇ ਸਿਰ ਅਸੀਂ ਘੋੜਿਆਂ ਦੇ ਸੁੰਮਾਂ ਹੇਠ ਨਹੀਂ ਉਹਨਾਂ ਨੂੰ ਕੁਚਲਦੇ ਉਦੋਂ ਤੱਕ ਗੋਰੇ ਦਾ ਰਾਜ ਸੰਪੂਰਨ ਤੌਰ ਤੇ ਹਿੰਦੁਸਤਾਨ ਦੇ ਉੱਤੇ ਨਹੀਂ ਆ ਸਕਦਾ। ਅੱਜ ਉਹ ਆਈਡੀਓਲੋਜੀ ਸਾਡੇ ਤੇ ਮਾਨਸਿਕ ਨਸਲਕੁਸ਼ੀ, ਸਾਡਾ ਸਿਰ ਅੱਜ ਵੀ ਕੁਚਲਿਆ ਜਾ ਰਿਹਾ ਹੈ ਪਰ ਸਾਡੀ ਆਈਡੀਓਲੋਜੀ ਨਹੀਂ ਕੁਚਲ ਕੇ ਉਹੀ ਜਿਹੜਾ ਵਤੀਰਾ ਗੋਰੇ ਦਾ ਅੱਜ ਦੀ ਸਰਕਾਰ ਜਿਹੜੀ ਆ ਉਹ ਕਰਦੀ ਪਈ ਹੈ। ਅੱਜ ਸਾਡੀ ਆਈਡੀਓਲੋਜੀ ਦੇ ਉੱਤੇ ਮੈਂਟਲ ਵਾਰਫੇਅਰ ਦਾ ਜ਼ਮਾਨਾ ਹੈ। ਅੱਜ ਦਾ ਹੁਕਮਰਾਨ ਹਥਿਆਰ ਤੋਂ ਜ਼ਿਆਦਾ ਵਿਚਾਰ ਤੋਂ ਡਰਦਾ, ਨਹੀਂ ਤਾਂ ਉਹਨੇ ਪੰਜਾਬੀ ਦਾ ਵਿਰੋਧ ਨਹੀਂ ਸੀ ਕਰਨਾ, ਨਹੀਂ ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਗਾਂ ਦੀ ਬੇਅਦਬੀ ਨਹੀਂ ਸੀ ਕਰਾਉਣੀ, ਸਾਡੇ ਸਿਧਾਂਤ ਦੇ ਵਿਰੁੱਧ ਜਿਹੜਾ ਹੈ ਉਹ ਪ੍ਰਚਾਰ ਨਹੀਂ ਸੀ ਕਰਨਾ, ਉਹਨੇ ਇਹ ਪ੍ਰਚਾਰ ਵੀ ਨਹੀਂ ਸੀ ਕਰਾਉਣਾ ਕਿ ਸਿੱਖ ਜਿਹੜੇ ਨੇ ਉਹ ਹਿੰਦੂਆਂ ਦਾ ਅੰਗ ਨੇ, ਇਹ ਪ੍ਰਚਾਰ ਨਹੀਂ ਸੀ ਹੋਣਾ। ਅੱਜ ਮੈਂਟਲ ਵਾਰਫੇਅਰ ਦਾ ਜ਼ਮਾਨਾ ਹੈ। ਠੀਕ ਹੈ, ਜਿੱਥੇ ਵਿਚਾਰ ਚਾਹੀਦਾ ਹੈ ਉੱਥੇ ਲਾਸਟ ਰਿਜ਼ੋਰਟ ਜਿਹੜਾ ਹੁੰਦਾ ਹੈ ਉਹ ਹਥਿਆਰ ਹੁੰਦਾ ਹੈ। ਗੁਰੂ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਵੀ ਲਿਖਿਆ ਹੈ। ਪਰ ਅੱਜ ਆਪਣੇ ਵਿਚਾਰ ਨੂੰ ਵੀ ਜਿੰਨੀ ਹੱਥ ਦੀ ਤੇਗ, ਹੱਥ 'ਚ ਫੜੀ ਤੇਗ ਸਾਡੀ ਮਜ਼ਬੂਤ ਹੋਣੀ ਚਾਹੀਦੀ, ਜਿੰਨੀ ਤਿੱਖੀ ਹੋਣੀ ਚਾਹੀਦੀ ਹੈ, ਉਸ ਨੂੰ ਦੁੱਗਣੇ ਤਿੱਖਾ ਜਿਹੜਾ ਹੈ ਉਸ ਵਿਅਕਤੀ ਦਾ ਜਿਹੜਾ ਹੈ ਸਾਡਾ ਜਿਹੜਾ ਮਨ ਹੋਣਾ ਚਾਹੀਦਾ ਹੈ। ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਆਪਾਂ ਇਤਿਹਾਸ ਪੜ੍ਹੀਏ। ਜੇ ਪੜ੍ਹਨ ਦਾ ਆਲਸ ਹੈ ਤੇ YouTube ਦੇ ਉੱਤੇ ਕਈ ਚੈਨਲ ਨੇ ਜਿਹੜਾ ਸਾਡਾ ਇਤਿਹਾਸ ਦੱਸਦੇ ਨੇ, ਆਪਾਂ ਇੱਕ ਦੋ ਵੀਡੀਓ ਕਰ ਸਕਦੇ ਹਾਂ। ਦੂਸਰੀ ਗੱਲ, ਜੇ ਆਪਾਂ ਹੱਕਾਂ ਦੀ ਪ੍ਰਾਪਤੀ ਕਰਨੀ ਹੈ, ਜੀਵਨ ਉੱਚਾ ਕਰਨਾ ਪਏਗਾ, ਆਪਾਂ ਰਾਜ ਆਪਣਾ ਜਿਹੜਾ ਇਹ ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀਆਂ ਨੇ ਗੁਜਰਾਂ ਵਾਲੇ ਕਿਲੇ ਦੇ ਵਿੱਚ ਸਿੱਖਾਂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਇੱਕ ਸ਼ਰਤ ਰੱਖੀ ਸੀ ਕਿ ਪਹਿਲਾਂ ਗੁਰਬਾਣੀ, ਕਿਉਂਕਿ ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤਸਾਰ ਹੈ, ਬਿਲਕੁਲ, ਤੇ ਫਿਰ ਖੰਡੇ ਬਾਟੀ ਦੀ ਪਹੁਲ ਛੱਕ ਕੇ ਆਓ, ਜੀਵਨ ਉੱਚਾ ਕਰਕੇ ਆਓ ਜੇ ਰਾਜ ਦੀ ਸਥਾਪਤੀ ਤੁਸੀਂ ਚਾਹੁੰਦੇ ਹੋ। ਜੇ ਅੱਜ ਸਿੱਖਾਂ ਨੇ ਆਪਣੇ ਹੱਕਾਂ ਦੀ ਪ੍ਰਾਪਤੀ ਲੈਣੀ ਹੈ, ਜੇ ਸਾਡਾ ਪਾਣੀਆਂ ਦਾ ਮਸਲਾ ਸਟੈਂਡਿੰਗ ਹੈ, ਸਾਡਾ ਇਲਾਕਿਆਂ ਦਾ ਮਸਲਾ ਸਟੈਂਡਿੰਗ ਹੈ, ਅੱਜ ਸਾਡੇ ਹੋਰ ਕਈ ਮਸਲੇ ਨੇ, ਬੇਅਦਬੀ ਦਾ ਮਸਲਾ ਹੈ, ਬੰਦੀ ਸਿੰਘਾਂ ਦਾ ਮਸਲਾ ਹੈ, ਸਾਡੀ ਬੋਲੀ ਦੇ ਵੀ ਮਸਲੇ ਨੇ, ਤੇ ਸਾਡਾ ਆਨੰਦ ਮੈਰਿਜ ਐਕਟ ਦਾ ਜਿਹੜਾ ਮਸਲਾ ਹੈ, ਸਾਡੇ ਇਤਿਹਾਸ ਨੂੰ ਪੜ੍ਹਾਈ ਜਾਣ ਦਾ ਜਿਹੜਾ ਮਸਲਾ, ਹੋਰ ਕਾਫੀ ਮਸਲੇ ਨੇ। ਪਰ ਉਹਦੇ ਲਈ ਜੇ ਆਪਾਂ ਉਹਦੇ 'ਚ ਸੰਘਰਸ਼ੀ ਹੋ ਕੇ ਤੇ ਆਪਣੇ ਹੱਕ ਪ੍ਰਾਪਤ ਕਰਨੇ ਨੇ, ਪਹਿਲਾਂ ਆਪਾਂ ਆਪਣੇ ਜੀਵਨ ਜਿਹੜੇ ਉੱਚੇ ਕਰੀਏ, ਮਜ਼ਬੂਤ ਅੰਦਰੋਂ ਹੋਈਏ, ਉਹ ਗੁਰਬਾਣੀ ਨੇ ਕਰਨਾ। ਇੰਨੀਆਂ ਕੁ ਬੇਨਤੀਆਂ ਦਾਸ ਨੇ ਆਪ ਜੀ ਦੇ ਪਲੇਟਫਾਰਮ ਤੇ ਕਰਨੀਆਂ ਸੀ। ਬਹੁਤ ਬਹੁਤ ਧੰਨਵਾਦ ਜੀ। ਸੋ ਬੜੀਆਂ ਡੂੰਘੀਆਂ ਵਿਚਾਰਾਂ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਹੋਈਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਭਾਈ ਕੁੰਵਰ ਚੜ੍ਹਤ ਸਿੰਘ ਹੋਰਾਂ ਦਾ, ਜਿਨ੍ਹਾਂ ਨੇ ਸਮੁੱਚੀ ਵਿਚਾਰ ਜਿਹੜੀ ਆ ਵਿਸ਼ਵ ਭਰ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਦੇ ਨਾਲ ਕੀਤੀ। ਸੋ ਅਗਾਂਹ ਵੱਖ-ਵੱਖ ਪ੍ਰੋਗਰਾਮਾਂ ਦੇ ਜ਼ਰੀਏ ਅਸੀਂ ਤੁਹਾਡੇ ਰੂਬਰੂ ਜਿਹੜੇ ਆ ਹੁੰਦੇ ਰਹਾਂਗੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਭਾਈ ਸਾਹਿਬ ਦਾ ਧੰਨਵਾਦ ਜੀ। ਇੱਥੇ ਆਗਿਆ ਚਾਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।